ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਪਿਤ ਸਤ ਬਚਨ ਤੁਮ ਮਾਨੋ, ਪੁੰਨਵਾਨ ਅਤਿਸ਼ੈ ਨਿਜ ਜਾਨੋ। ਪਿਤਰ ਗਏ ਤੁਮਰੇ ਅਸ ਠੌਰੀ, ਭੂਖ ਰੂ ਪਿਆਸ ਜਹਾਂ ਨਹਿ ਥੋਰੀ। ਹੇ ਪਿਤ ਸਤ ਬਚਨ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਆਨੰਦਮਈ ਹਜ਼ੂਰੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ ਦੇ ਦੂਸਰੇ ਪਹਿਰ ਦੇ ਦੀਵਾਨਾਂ ਦੇ ਵਿੱਚ ਸੁਭਾਏਮਾਨ ਸਮੂਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਲੜੀਵਾਰ ਕਥਾ ਗੁਰ ਇਤਿਹਾਸ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚੋਂ ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਸਰਵਣ ਕਰ ਰਹੇ ਹੋ। ਇੱਥੋਂ ਤੱਕ ਆਪ ਜੀ ਨੇ ਪਿਛਲੀ ਵਿਚਾਰ ਸਰਵਣ ਕੀਤੀ ਹੈ। ਜਿਸ ਵਕਤ ਗੁਰੂ ਮਹਾਰਾਜ ਆਪਣੀਆਂ ਉਦਾਸੀਆਂ ਦੇ ਸਮੇਂ ਦੂਸਰੀ ਉਦਾਸੀ ਕਰਨ ਤੋਂ ਬਾਅਦ ਆਪ ਆਪਣੇ ਨਗਰ ਤਲਵੰਡੀ ਵਿਖੇ ਪਹੁੰਚੇ। ਉਹਨਾਂ ਦੇ ਮਾਤਾ ਤ੍ਰਿਪਤਾ ਜੀ, ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਕਿਰਪਾ ਕਰਕੇ ਪਰਿਵਾਰ ਵਿੱਚ ਰਹੋ ਅਤੇ ਆਪਣਾ ਪਰਿਵਾਰ ਬਟਾਲੇ ਤੋਂ ਵੀ ਮੰਗਵਾ ਕੇ ਬੱਚਿਆਂ ਦੇ ਵਿੱਚ ਰਹੋ। ਗੁਰੂ ਮਹਾਰਾਜ ਕੁਝ ਸਮਾਂ ਤਲਵੰਡੀ ਵਿਖੇ ਠਹਿਰ ਗਏ। ਆਪ ਜੀ ਦੇ ਪਾਸ ਨਗਰ ਤੋਂ ਨੇੜੇ ਤੋਂ ਦੂਰ ਤੋਂ ਸਤਸੰਗੀ ਜਗਿਆਸੀ ਸਿੱਖ ਸ਼ਰਧਾਲੂ ਆਉਣ ਲੱਗੇ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਆਪਣੇ ਜੀਵਨ ਦੀ ਕਾਰ ਦੇ ਵਿੱਚ ਜਿਵੇਂ ਜੁਟੇ ਰਹਿੰਦੇ ਸੀ, ਪੁੰਨ ਕਰਨ ਦਾ ਸੁਭਾਅ ਸੀ। ਇੱਕ ਵਾਰ ਉਹਨਾਂ ਨੇ ਸੋਚਿਆ ਕਿ ਸਾਲ ਦੇ ਵਿੱਚ ਉਹ ਆਪਣਾ ਪਿੱਤਰਾਂ ਦੇ ਨਿਮਿਤ ਕੁਝ ਦਾਨ ਕਰਿਆ ਕਰਦੇ ਸੀ। ਉਹਨਾਂ ਨੇ ਦਿਨ ਤੈਅ ਕੀਤਾ। ਉਸ ਤੈਅ ਦਿਨ ਦੇ ਮੁਤਾਬਕ ਆਪਣੇ ਭੈਣ ਭਰਾਵਾਂ ਨੂੰ, ਬੇਦੀਆਂ ਨੂੰ, ਸਭ ਨੂੰ ਬੁਲਾਇਆ, ਤਿਆਰੀ ਕਰਨ ਲੱਗ ਪਏ। ਹਜ਼ੂਰ ਉਹਨਾਂ ਦਿਨਾਂ ਦੇ ਵਿੱਚ ਤਲਵੰਡੀ ਦੇ ਵਿੱਚ ਹੀ ਸਨ। ਉਹਨਾਂ ਨੇ ਆਪਣੇ ਪਿਤਾ ਜੀ ਦੇ ਪਾਸੋਂ ਜਦੋਂ ਸਾਰੇ ਜਾਣੇ ਇਕੱਤਰ ਹੋ ਰਹੇ ਸੀ, ਉਹਨਾਂ ਨੇ ਆਪਣੇ ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਪਾਸੋਂ ਪੁੱਛਿਆ ਇਹ ਕੀ ਕਾਰਨ ਹੈ, ਇਹ ਕਿਸ ਵਾਸਤੇ ਇਹ ਅਡੰਬਰ ਹੈ। ਤਾਂ ਉਹਨਾਂ ਨੇ ਜਦੋਂ ਜੋ ਦੱਸਿਆ ਆਪਣੇ ਪਿੱਤਰਾਂ ਦੇ ਬਾਰੇ, ਇੱਥੋਂ ਤੱਕ ਦੀ ਇਤਿਹਾਸ ਦੀ ਵਿਚਾਰ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਸਰਵਣ ਕੀਤੀ ਹੈ। ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਅਗਲੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਗੁਰੂ ਦਰਬਾਰ ਵਿੱਚ ਅਤੇ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਜਿੱਥੇ ਸੰਗਤਾਂ ਸੁਰਤੀ ਬਿਰਤੀ ਧਿਆਨ ਕਰਕੇ ਇਕਾਗਰ ਹਨ, ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ ਅਤੇ ਮਿਲ ਕੇ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਪਿਤ ਸਤ ਬਚਨ ਤੁਮ ਮਾਨੋ। ਇਸ ਵਾਸਤੇ ਕਹਿਣ ਲੱਗੇ ਗੁਰੂ ਮਹਾਰਾਜ ਜੀ ਨੂੰ, ਉਹਨਾਂ ਨੂੰ ਆਪਣੇ ਪਿਤਾ ਜੀ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਆਪਾਂ ਆਪਣੇ ਵੱਡੇ ਵਡੇਰਿਆਂ ਦੇ ਸ਼ਰਾਧ ਕਰਨ ਵਾਸਤੇ ਸਭ ਨੂੰ ਬੁਲਾਇਆ, ਮਹਾਰਾਜ ਜੀ ਕਹਿਣ ਲੱਗੇ ਕਿ ਪਿਤਾ ਜੀ ਮੈਂ ਇਹ ਕਹਿਣਾ ਚਾਹੁੰਦਾ, ਮੇਰੀ ਗੱਲ ਨੂੰ ਸਹੀ ਕਰਕੇ ਜਾਣੋ। ਪੁੰਨਵਾਨ ਅਤਿਸ਼ੈ ਨਿਜ ਜਾਨੋ। ਤੁਸੀਂ ਆਪਣੇ ਆਪ ਨੂੰ ਬੜੇ ਪੁੰਨਵਾਨ ਜਾਣਨਾ ਕਰੋ। ਇੱਕ ਤਾਂ ਹੁੰਦਾ ਵੀ ਆਪਾਂ ਦਾਨ ਪੁੰਨ ਕਿਸੇ ਨੂੰ ਦੇ ਕੇ ਕਰਨੇ ਆ, ਇੱਕ ਜਿਹੜੇ ਕਰਮ ਜਿਹੜੇ ਚੰਗੇ ਕੀਤੇ ਨੇ ਉਹ ਇੰਨਾ ਪੁੰਨ ਹੁੰਦਾ ਉਹਨਾਂ ਦਾ। ਆਪਣੇ ਆਪ ਨੂੰ ਤੁਸੀਂ ਮਹਾਨ ਪੁੰਨੀ ਜਾਣਨਾ ਕਰੋ। ਪਿਤਰ ਗਏ ਤੁਮਰੇ ਅਸ ਠੌਰੀ। ਉਸ ਦਾ ਕਾਰਨ ਇਹ ਹੈ ਕਿ ਤੁਹਾਡੇ ਜਿਹੜੇ ਪਿੱਤਰ ਨੇ ਉਹ ਇਸ ਵੇਲੇ ਉਸ ਥਾਂ ਦੇ ਉੱਤੇ ਜਾ ਕੇ ਟਿਕ ਗਏ ਹਨ। ਭੂਖ ਰੁਪਿਆਸ ਜਹਾਨ ਥੋਰੀ। ਜਿਸ ਥਾਂ ਦੇ ਉੱਤੇ ਨਾ ਤਾਂ ਭੁੱਖ ਹੈ ਤੇ ਨਾ ਪਿਆਸ ਹੈ। ਇਹਦੇ ਭਾਵ ਅਰਥ ਹੋਰ ਵੀ ਨਿਕਲਣਗੇ। ਭੁੱਖ ਪਿਆਸ ਤੋਂ ਨਾ ਆਸਾ, ਨਾ ਤ੍ਰਿਸ਼ਨਾ, ਨਾ ਲਾਲਸਾ, ਨਾ ਕਾਮਨਾ, ਨਾ ਕੋਈ ਦੁਨਿਆਵੀ ਭੁੱਖ ਹੈ, ਨਾ ਪਦਾਰਥਾਂ ਦੀ ਕਮੀ ਆ। ਤੁਹਾਡੇ ਪਿੱਤਰ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਹਨ। ਨਾਹੀ ਸ਼ਰਾਧ ਕੀ ਕਰਤ ਉਡੀਕਾ। ਜਿੱਥੇ ਕਾਮਨਾ ਹੋਵੇ ਨਾ ਅਸੀਂ ਉਹਦੀ ਪੂਰਨ ਹੋਣ ਦੀ ਉਡੀਕ ਕਰਨੇ ਆ। ਨਾ ਤਾਂ ਇਹ ਜਿਹੜੇ ਤੁਹਾਡੇ ਪਿੱਤਰ ਨੇ ਇਹ ਨਾ ਹੀ ਕਿਸੇ ਚੀਜ਼ ਦੀ ਉਡੀਕ ਕਰ ਰਹੇ ਆ ਵੀ ਸਾਡੇ ਵਾਸਤੇ ਥੱਲੇ ਕੋਈ ਸਰਾਧ ਕਰੇ ਜਾਂ ਦਾਨ ਪੁੰਨ ਕਰੇ। ਰਹਿਤ ਸਦੀਵ ਤਹਾਂ ਸੁਖ ਨੀਕਾ। ਉੱਥੇ ਤਾਂ ਉਹ ਸਦੀਵ ਕਾਲ ਦੇ ਵਿੱਚ ਸੁੱਖ ਦੇ ਵਿੱਚ ਰਹਿ ਰਹੇ ਹਨ। ਜਿਨ ਕੇ ਪਿਤਰ ਅਸਨ ਜਲ ਚਾਹੀ। ਜਿਨ੍ਹਾਂ ਦੇ ਪਿੱਤਰ ਜਿਹੜੇ ਨੇ ਵੱਡੇ ਵਡੇਰੇ ਚਾਹੁੰਦੇ ਨੇ ਕਿ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਪਕਵਾਨ ਮਿਲੇ ਜਾਂ ਪਾਣੀ ਇਤਿਆਦਿਕ ਮਿਲੇ, ਤਾਂ ਇਸ ਵਾਸਤੇ ਉਹਨਾਂ ਨੂੰ ਤਾਂ ਚਾਹੀਦਾ ਵੀ ਉਹ ਆਪਣੇ ਪਿੱਤਰਾਂ ਵਾਸਤੇ ਦਾਨ ਕਰੇ। ਜਿਹੜੇ ਇਸ ਤਰ੍ਹਾਂ ਦੇ ਪਿੱਤਰ ਚਾਹੁੰਦੇ ਹਨ ਕਰਨੋ ਸਰਾਧ ਤਿਨਹੀ ਕੋ ਆਹੀ। ਉਹਨਾਂ ਨੂੰ ਤਾਂ ਆਪਣੇ ਵੱਡੇ ਵਡੇਰਿਆਂ ਦੇ ਵਾਸਤੇ ਸਰਾਧ ਕਰਨੇ ਚਾਹੀਦੇ ਹਨ। ਜਿਨ ਕੇ ਮਨ ਅਬਲਾਖਾ ਨਾਹੀ। ਪਰ ਜਿਨ੍ਹਾਂ ਦੇ ਪਿੱਤਰਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਇੱਛਾ ਹੀ ਨਹੀਂ ਹੈ, ਕਾਮਨਾ ਹੀ ਨਹੀਂ ਹੈ, ਕਰੇ ਸ਼ਰਾਧ ਸੰਤਤ ਕਿਉਂ ਤਾਹੀ। ਪਰ ਫਿਰ ਉਹਨਾਂ ਦੀ ਔਲਾਦ ਜਿਹੜੀ ਆ ਉਹ ਆਪਣੇ ਵੱਡੇ ਬਜ਼ੁਰਗਾਂ ਦੇ ਵਾਸਤੇ ਸਰਾਧ ਕਿਉਂ ਕਰਨ। ਜਿਨ੍ਹਾਂ ਦੇ ਪਿੱਤਰਾਂ ਨੂੰ ਮੰਗ ਨਹੀਂ ਰਹਿ ਗਈ, ਉਹਨਾਂ ਦਾ ਜੀਵਨ ਇੰਨਾ ਸਫਲ ਹੋਏ ਗਿਆ। ਅਬ ਸਭ ਨਿਜ ਕੋ ਦੇਹੋ ਆਹਾਰਾ। ਹੁਣ ਗੁਰੂ ਮਹਾਰਾਜ ਕਹਿਣ ਲੱਗੇ ਕਿ ਹੁਣ ਜੇ ਤੁਸੀਂ ਦਿੰਦੇ ਹੋ ਪੰਡਤਾਂ ਨੂੰ, ਇਸ ਤਰ੍ਹਾਂ ਆਹਾਰ ਦਿੰਦੇ ਹੋ, ਉਹਨਾਂ ਨੂੰ ਇਸ ਤਰ੍ਹਾਂ ਨਾਲ ਸਰਾਧ ਦਿੰਦੇ ਹੋ, ਕਰਨੋ ਸਰਾਧ ਤਜੋ ਵਿਵਹਾਰਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਸਰਾਧ ਦਾ ਤਿਆਗਨ ਕਰ ਦਿਓ, ਕਿਉਂਕਿ ਤੁਹਾਡੇ ਪਿੱਤਰ ਜਿਹੜੇ ਨੇ ਉਹ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ, ਉਹਨਾਂ ਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ। ਅਬ ਕਾਲੂ ਕਹੇ ਬਿਨਾ ਚਖ ਦੇਖੇ। ਹੁਣ ਮਹਿਤਾ ਕਾਲੂ ਜੀ ਕਹਿੰਦੇ ਵੀ ਮੈਂ ਇਹ ਗੱਲ ਕਿਵੇਂ ਮੰਨਾਂ ਜਦੋਂ ਤੱਕ ਕਿ ਮੈਂ ਅੱਖੀ ਨਹੀਂ ਵੇਖਿਆ ਆਪਣੇ ਪਿੱਤਰਾਂ ਨੂੰ ਵੀ ਉਹਨਾਂ ਨੂੰ ਲੋੜ ਨਹੀਂ ਹੈ। ਮੈਂ ਬਿਨਾਂ ਵੇਖਣ ਤੋਂ ਕਿਵੇਂ ਮੰਨ ਲਵਾਂ। ਮੁਝੇ ਪ੍ਰਤੀਤ ਆਏ ਨਾ ਆਏ ਵਸੇਖੇ। ਮੈਨੂੰ ਉਹਨਾਂ ਚਿਰ ਤੱਕ ਤਾਂ ਇਤਬਾਰ ਨਹੀਂ ਆਉਂਦਾ ਜਦੋਂ ਤੱਕ ਮੈਂ ਅੱਖੀ ਨਹੀਂ ਵੇਖ ਲੈਂਦਾ ਕਿ ਸਾਡੇ ਪਿੱਤਰਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈ। ਇਸ ਪ੍ਰਕਾਰ ਕੀ ਸੁਧ ਜੋ ਸੁਣਾਵੋ। ਜੇ ਤੁਸੀਂ ਮੈਨੂੰ ਇਹੋ ਜੀ ਖਬਰ ਦਿੰਦੇ ਹੋ ਕਿ ਸਾਡੇ ਪਿੱਤਰਾਂ ਨੂੰ ਕਿਸੇ ਤਰ੍ਹਾਂ ਦੀ ਭੋਜਨ ਦੀ, ਦਾਨ ਦੀ ਲੋੜ ਨਹੀਂ, ਇਹ ਖਬਰ ਮੈਨੂੰ ਤੁਹਾਡੇ ਪਾਸੋਂ ਮਿਲਦੀ ਹੈ। ਜਹਾਂ ਪਿਤਰ ਸੋ ਠੌਰ ਦਿਖਾਵੋ। ਜਹਾਂ ਜਿੱਥੇ ਵੀ ਪਿੱਤਰ ਨੇ ਸਾਡੇ ਉਹ ਜਗ੍ਹਾ ਦੱਸੋ ਮੈਨੂੰ, ਉਹ ਟਿਕਾਣਾ ਦੱਸੋ। ਦੇਖ ਲਿਓ ਮੈਂ ਆਏ ਪਰੋਸੋ। ਜੇ ਮੈਂ ਵੇਖ ਲਵਾਂਗਾ ਤਾਂ ਫੇਰ ਮੈਨੂੰ ਵਿਸ਼ਵਾਸ ਆ ਜਾਏਗਾ ਸਾਡੇ ਪਿੱਤਰਾਂ ਨੂੰ ਲੋੜ ਨਹੀਂ ਹੈ। ਕਹੋ ਜੋ ਤੁਮ ਤਬ ਬਹੁਰ ਕਰੋ ਸੋ। ਜੇ ਮੈਂ ਵੇਖ ਲਵਾਂਗਾ ਤਾਂ ਫੇਰ ਮੈਂ ਸਰਾਧ ਨਹੀਂ ਕਰਾਂਗਾ। ਜੇ ਮੈਨੂੰ ਪਤਾ ਲੱਗ ਜੇ ਸਾਡੇ ਪਿੱਤਰਾਂ ਨੂੰ ਲੋੜ ਨਹੀਂ, ਮੈਂ ਉਹਨਾਂ ਵਾਸਤੇ ਦਾਨ ਨਹੀਂ ਕਰਾਂਗਾ,
ਬਾਹਮਣਾਂ ਨੂੰ ਨਹੀਂ ਖਵਾਵਾਂਗਾ। ਸੁਨ ਕਰ ਬੋਲੇ ਕਿਰਪਾ ਨਿਦਾਨਾ। ਇਹ ਗੱਲ ਸੁਣ ਕੇ ਕਿਰਪਾ ਦੇ ਸਾਗਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜੇ ਤੁਮ ਦੇਖਿਓ ਚਾਹੋ ਸੋ ਥਾਨਾ। ਮਹਾਰਾਜ ਕਹਿਣ ਲੱਗੇ ਕਿ ਜੇਕਰ ਪਿਤਾ ਜੀ ਤੁਸੀਂ ਉਹ ਜਗ੍ਹਾ ਦੇਖਣੀ ਚਾਹੁੰਦੇ ਹੋ, ਤੌਨ ਬਿਲੋਚਨ ਮੁੰਦੋ ਅਬ ਹੀ। ਹਜੂਰ ਕਹਿਣ ਲੱਗੇ ਤੁਸੀਂ ਆਪਣੀ ਜਿਹੜੀ ਦੋਵੇਂ ਅੱਖਾਂ ਨੇ ਉਹ ਮੁੰਦ ਲਓ, ਪਾਵ ਕੇ ਬੰਦ ਕਰ ਲਵੋ। ਪਿਤਰ ਬਿਲੋ ਕੋ ਬੈਠੇ ਸਭ ਹੀ। ਉੱਥੇ ਤੁਸੀਂ ਜਦੋਂ ਆਪਣੇ ਨੇਤਰ ਮੁੰਦ ਲਵੋਗੇ, ਤੁਹਾਨੂੰ ਆਪਣੇ ਵੱਡੇ ਵਡੇਰੇ ਪਿੱਤਰ ਜਿਹੜੇ ਨੇ ਉਹ ਸਾਰੇ ਤੁਹਾਡੀ ਨਿਗਾਹ ਪੈ ਜਾਣਗੇ, ਦਰਸ਼ਨ ਹੋ ਜਾਣਗੇ। ਉਹਨਾਂ ਦਾ ਆਨੰਦ ਸੁੱਖ ਸਭ ਤੁਹਾਨੂੰ ਪਤਾ ਲੱਗੇਗਾ। ਕਰ ਨਿਸ਼ਚਾ ਮਾਨਿਓ ਮਨ ਬਚਨਾ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦਾ ਬਚਨ ਜਿਹੜਾ ਸੀ ਉਹਦੇ ਤੇ ਉਹਨਾਂ ਵਿਸ਼ਵਾਸ ਕੀਤਾ, ਅੱਖਾਂ ਬੰਦ ਕਰ ਲਈਆਂ। ਲੋਚਨ ਮੂੰਦ ਪਿਖੀ ਸੁਠ ਰਚਨਾ। ਜਦੋਂ ਅੱਖਾਂ ਬੰਦ ਕਰ ਲਈਆਂ, ਅੱਖਾਂ ਬੰਦ ਕਰਕੇ ਉਹਨਾਂ ਨੇ ਇੱਕ ਸੁੰਦਰ ਜਿਹੜੀ ਰਚਨਾ ਸੀ ਉਹ ਦੇਖੀ ਹੈ। ਜਹ ਬੈਕੁੰਠ ਭਗਤ ਵੱਡ ਬਾਸਾ। ਕਹਿੰਦੇ ਜਿੱਥੇ ਸਵਰਗ ਸੀ, ਸੱਚਖੰਡ ਸੀ, ਵਾਹਿਗੁਰੂ। ਉੱਥੇ ਪ੍ਰਮਾਤਮਾ ਦੇ ਜਿੱਥੇ ਭਗਤਾਂ ਦਾ ਵਾਸਾ ਸੀ। ਕੰਚਨ ਮਨ ਮੈਂ ਰੁਚਿ ਅਵਾਸਾ। ਜਿੱਥੇ ਸੋਨੇ ਤੇ ਮਣੀਆਂ ਦਾ ਬਣਿਆ ਹੋਇਆ ਇੱਕ ਸੁੰਦਰ ਆਵਾਸ ਸੀ, ਰਹਿਣ ਵਾਲੀ ਜਗ੍ਹਾ ਸੀ। ਤਾਹਾਂ ਪਿਤਰ ਦੇਖੀ ਸਭ ਜਾਈ। ਉਹਨਾਂ ਨੇ ਉਹ ਸਾਰੇ ਆਪਣੇ ਵੱਡੇ ਵਡੇਰਿਆਂ ਦੇ, ਬਜ਼ੁਰਗਾਂ ਦੇ ਉਸ ਅਸਥਾਨ ਤੇ ਬਕੁੰਠ ਵਾਲੇ ਥਾਂ ਤੇ ਦਰਸ਼ਨ ਕੀਤੇ ਹਨ। ਇਸਕੋ ਦੇਖ ਉਠੇ ਸਮੁਦਾਈ। ਫਿਰ ਇੱਕ ਗੱਲ ਹੋਰ ਅਜੀਬ ਇਹ ਹੋਈ ਕਿ ਜਦੋਂ ਮਹਿਤਾ ਕਾਲੂ ਜੀ ਨੇ ਇਹ ਦੇਖੇ ਸਾਰੇ, ਤਾਂ ਉਹ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਪਿੱਤਰ ਜਿਹੜੇ ਸੀ ਖੜੇ ਹੋ ਗਏ ਸਾਰੇ। ਉਹਨਾਂ ਨੇ ਇਹਨਾਂ ਦਾ ਅਦਬ ਕੀਤਾ। ਕਰ ਕਾਲੂ ਕੋ ਬਹੁ ਸਨਮਾਨਾ। ਉਹਨਾਂ ਨੇ ਮਹਿਤਾ ਕਾਲੂ ਦਾ ਜਿਹੜਾ ਸੀ ਬਹੁਤ ਜ਼ਿਆਦਾ ਸਨਮਾਨ ਕੀਤਾ। ਮ੍ਰਿਦੁਲ ਮధుਰ ਮੁਖ ਬਚਨ ਬਖਾਨਾ। ਆਪਣੇ ਮੁਖ ਤੋਂ ਮਿਦਰ ਕੋਮਲ ਮਿਠਾਸ ਭਰਿਆ ਬੋਲ ਜਿਹੜਾ ਸੀ ਉਹ ਕਹਿਣ ਲੱਗੇ ਮਹਿਤਾ ਕਾਲੂ ਜੀ ਨੂੰ, ਧੰਨ ਧੰਨ ਤੁਮਾਰੀ ਕਰਤੂਤਾ। ਉਹਨਾਂ ਨੇ ਮਹਿਤਾ ਕਾਲੂ ਜੀ ਨੂੰ ਇਹ ਕਿਹਾ ਕਿ ਧੰਨ ਧੰਨ ਹੈ ਤੇਰੀ ਕਰਨੀ, ਤੇਰੀ ਕਰਤੂਤ, ਤੇਰੇ ਕੰਮ। ਇਹਨਾਂ ਨੂੰ ਮਾਣ ਕੀਤਾ। ਜਿਹ ਤੇ ਉਪਜਿਉ ਸਦਨ ਸਪੂਤਾ। ਤੁਸੀਂ ਬਹੁਤ ਆਦਰਯੋਗ ਹੋ, ਕਿਉਂਕਿ ਤੁਹਾਡੇ ਘਰ ਇਹੋ ਜਿਹੇ ਮਹਾਨ ਪੁੱਤਰ ਦਾ ਜਨਮ ਹੋਇਆ। ਸਾਡੇ ਵਾਸਤੇ ਤੁਸੀਂ ਵੀ ਆਦਰਨੀਏ ਹੋ ਗਏ ਹੋ, ਜਿਨ੍ਹਾਂ ਦੇ ਘਰ ਐਸੇ ਪੁੱਤਰ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ ਹੈ। ਸਭ ਪਿਤਰਨ ਕੋ ਕੀਨ ਉਦਾਰਾ। ਜੇਕਰ ਉਹਨਾਂ ਦਾ ਪ੍ਰਕਾਸ਼ ਹੋਇਆ ਤੁਹਾਡੇ ਘਰ ਵਿਖੇ, ਤੇ ਜਿਸ ਦੇ ਸਦਕਾ ਹੀ ਸਾਡੀ ਵੀ ਗਤੀ ਹੋ ਗਈ ਹੈ। ਉਹਨਾਂ ਦਾ ਜਸ ਇੰਨਾ ਵੱਡਾ, ਉਹਨਾਂ ਦੀ ਰਹਿਮਤ ਇੰਨੀ ਵੱਡੀ ਹੈ ਕਿ ਸਾਡੀ ਵੀ ਗਤੀ ਹੋ ਗਈ, ਸਾਡੀ ਸੁਣੀ ਗਈ ਹੈ। ਨਹੀਂ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੋਨਾਂ ਦੇ ਵਿੱਚ ਪਏ ਹੋਣਾ ਸੀ, ਪਤਾ ਨਹੀਂ ਕਿੱਥੇ ਕਿੱਥੇ ਹੋਣਾ ਸੀ। ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਅਸੀਂ ਵੀ ਸੱਚਖੰਡ, ਅਸੀਂ ਵੀ ਬਕੁੰਠ ਧਾਮ ਦੇ ਵਿੱਚ ਆ ਗਏ। ਪਹੁੰਚਾਏ ਪ੍ਰਭ ਕੀ ਦਰਬਾਰਾ। ਅਸੀਂ ਵੀ ਉਹਨਾਂ ਦੇ ਪ੍ਰਗਟ ਹੋਣ ਕਰਕੇ ਹੀ ਪ੍ਰਭੂ ਦੇ ਦਰਬਾਰ ਦੇ ਵਿੱਚ ਆ ਕੇ ਵਸ ਗਏ ਹਾਂ। ਕਾਲੂ ਕਹੇ ਕਿਤਕ ਭਾ ਕਾਲਾ। ਹੁਣ ਮਹਿਤਾ ਕਾਲੂ ਜੀ ਨੇ ਪੁੱਛਿਆ ਵੀ ਇਹ ਜਿਹੜਾ ਸੁੱਖ ਹੈ ਤੁਹਾਨੂੰ ਕਦੋਂ ਤੋਂ ਮਿਲਿਆ, ਇਹ ਤੁਸੀਂ ਇੱਥੇ ਕਦੋਂ ਤੋਂ ਵਾਸ ਕੀਤਾ ਹੈ। ਤੁਮਨੇ ਪਾਇਓ ਆਨੰਦ ਵਿਸਾਲਾ। ਇਹ ਇੰਨਾ ਆਨੰਦ ਜਿਹੜਾ ਇਹ ਤੁਸੀਂ ਕਦੋਂ ਤੋਂ ਪ੍ਰਾਪਤ ਕੀਤਾ। ਮਾਤ ਲੋਕ ਤੇ ਚਿੰਤਾ ਹੀ ਚਿੰਤਾ, ਕਿਉਂਕਿ ਜਿੱਥੇ ਆਪਾਂ ਵੱਜ ਜਾਂਦੇ ਆ ਰਹਿੰਦੇ ਉੱਥੋਂ ਸਾਡਾ ਨਿਕਲਣ ਨੂੰ ਦਿਲ ਨਹੀਂ ਕਰਦਾ। ਮਾਤ ਲੋਕ ਤੇ ਚਿੰਤਾ ਚਿੰਤਾ, ਇੱਥੇ ਤੁਸੀਂ ਆਨੰਦ ਵਿੱਚ ਵਸੇ ਹੋ। ਅਸੀਂ ਸਾਰੀ ਉਮਰ ਲੰਘ ਗਈ ਉੱਥੇ ਥੱਲੇ, ਤੇ ਇਸ ਵਾਸਤੇ ਤੁਸੀਂ ਕਦੋਂ ਕਦੇ ਆਨੰਦ ਵਿੱਚ ਹੋ। ਬਸਿਆਨ ਸ੍ਰੀ ਹਰਿ ਕੇ ਲੋਗਾ। ਇੱਥੇ ਤੁਸੀਂ ਕਦੋਂ ਕਦੇ ਆ ਕੇ ਵਸ ਗਏ ਹੋ ਹਰੀ ਕੇ ਲੋਕਾਂ ਦੇ ਵਿੱਚ। ਜੈ ਮਦ ਮਾਨ ਮੋਹ ਨਹੀਂ ਸੋਗਾ। ਇਹ ਤਾਂ ਇਹੋ ਜੀ ਜਗ੍ਹਾ ਹੈ ਨਾ ਜਿੱਥੇ ਬੰਦੇ ਨੂੰ ਹੰਕਾਰ ਹੈ, ਨਾ ਮੋਹ ਹੈ,
ਨਾ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੈ। ਸੁਨ ਕਾਲੂ ਜਬ ਸਦਨ ਤੁਮਾਰੇ। ਉਹਨਾਂ ਨੇ ਵੱਡੇ ਬਜ਼ੁਰਗਾਂ ਨੇ ਕਿਹਾ ਮਹਿਤਾ ਕਾਲੂ ਜੀ ਨੂੰ ਵੀ ਜਦੋਂ ਦੇ ਤੁਹਾਡੇ ਘਰ ਵਿੱਚ ਅਵਤਰਿਓ ਸ੍ਰੀ ਏਕੰਕਾਰੇ। ਏਕ ਓੰਕਾਰ ਦਾ ਜਦੋਂ ਪ੍ਰਕਾਸ਼ ਹੋਇਆ ਹੈ, ਭਾਵ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਦੇ ਪ੍ਰਗਟੇ ਨੇ, ਉਸ ਸਮੇਂ ਤੋਂ ਹੀ ਸਾਨੂੰ ਇਸ ਅਸਥਾਨ ਦਾ ਆਨੰਦ ਮਿਲਿਆ ਹੈ। ਤਬ ਕੀ ਆਨ ਬਸੇ ਇਹ ਥਾਨਾ। ਉਸੇ ਸਮੇਂ ਤੋਂ ਹੀ ਅਸੀਂ ਇਸ ਥਾਂ ਦੇ ਉੱਤੇ ਆ ਕੇ ਵਸ ਗਏ ਸੀ। ਅਚੁੱਤ ਪਦ ਵੀ ਆਨੰਦ ਮਹਾਨਾ। ਜਿਹੜੀ ਅਚੁੱਤ ਸ਼ਬਦ ਹੁੰਦਾ ਉਹ ਹੁੰਦਾ ਵੀ ਅਡਿੱਗ, ਅਹਿਲ, ਅਟਲ। ਉਹ ਪਦ ਅਵਸਥਾ ਜਿਹੜੀ ਹੈ ਸਾਨੂੰ ਉਦੋਂ ਤੋਂ ਮਿਲੀ ਹੈ। ਸੁਤ ਕੋ ਸੁਤ ਨਾ ਜਾਣ ਬੜ ਭਾਗੀ। ਇਸ ਤਰ੍ਹਾਂ ਨਾਲ ਤੁਸੀਂ ਆਪਣੇ ਪੁੱਤਰ ਨੂੰ ਪੁੱਤਰ ਨਾ ਸਮਝੋ, ਤੁਸੀਂ ਉਹਨਾਂ ਨੂੰ ਦੇਖੋ ਵੀ ਨਿਰੰਕਾਰ ਦਾ ਸਰੂਪ ਸਮਝੋ। ਇਸ ਕਰਕੇ ਤੁਸੀਂ ਬੜੇ ਵੱਡੇ ਭਾਗਾਂ ਵਾਲੇ ਹੋ ਕਿ ਤੁਹਾਡੇ ਗ੍ਰਹਿ ਵਿਖੇ ਉਹਨਾਂ ਦਾ ਪ੍ਰਕਾਸ਼ ਹੋਇਆ। ਉਹਨਾਂ ਨੂੰ ਆਪਣਾ ਵੀ ਦੁਨਿਆਵੀ ਤੌਰ ਕੱਲਾ ਪੁੱਤ ਕਰਕੇ ਨਾ ਸਮਝੋ ਉਹਨਾਂ ਨੂੰ। ਹਰ ਸੋ ਲਖੋ ਹੋ ਅਨੁਰਾਗੀ। ਕਹਿੰਦੇ ਇਸ ਤਰ੍ਹਾਂ ਨਾਲ ਜਦੋਂ ਤੁਸੀਂ ਉਹਨਾਂ ਦੇ ਪ੍ਰੇਮੀ ਹੋਵੋਗੇ ਨਾ, ਉਹਨਾਂ ਨੂੰ ਬ੍ਰਹਮ ਰੂਪ ਦੇਖੋਗੇ ਤੇ ਬ੍ਰਹਮ ਦੀ ਪਛਾਣ ਤੁਹਾਨੂੰ ਉਹਨਾਂ ਰਾਹੀਂ ਹੋਏਗੀ। ਉਹਨਾਂ ਦੇ ਰਾਹੀਂ ਤੁਹਾਨੂੰ ਬ੍ਰਹਮ ਦਾ ਗਿਆਤ ਹੋਵੇਗਾ। ਸੁਨ ਬਚ ਸੁਖ ਪਿਖ ਕੈ ਸਮੁਦਾਈ। ਇਹ ਗੱਲ ਸੁਣ ਕੇ ਨਾ ਆਪਣੇ ਵੱਡੇ ਵਡੇਰਿਆਂ ਤੋਂ, ਬਜ਼ੁਰਗਾਂ ਤੋਂ ਇਹ ਗੱਲ ਸੁਣ ਕੇ ਜਾਂ ਅੱਖੀਂ ਵੇਖ ਕੇ ਮਹਿਤਾ ਕਾਲੂ ਜੀ ਦੇ ਸੀਨੇ ਨੂੰ ਠੰਡ ਪਈ। ਰਹਿਓ ਸੋ ਕਾਲੂ ਉਰ ਬਿਸਮਾਈ। ਪਰ ਹੈਰਾਨ ਵੀ ਰਹਿ ਗਏ ਕਿ ਮੈਂ ਜਿਨ੍ਹਾਂ ਦੇ ਨਾਲ ਇਵੇਂ ਦੀਆਂ ਗੱਲਾਂ ਹੀ ਕਰਦਾ ਰਿਹਾ ਤੋਂ ਨਹੀਂ ਕੋਈ ਕਮਾਇਆ ਨਹੀਂ, ਤਾਂ ਪਰ ਜਿਨ੍ਹਾਂ ਦੀ ਕਮਾਈ ਇੰਨੀ ਵੱਡੀ ਹੈ ਵੀ ਉਹਨਾਂ ਨੇ ਵੱਡੇ ਵਡੇਰਿਆਂ ਨੂੰ ਵੀ ਸਵਰਗ 'ਚ ਪਹੁੰਚਾਇਆ ਹੋਇਆ, ਵੈਕੁੰਠ 'ਚ ਪਹੁੰਚਾਇਆ। ਮੈਂ ਕਿੱਥੇ ਸੋਚਦਾ ਰਿਹਾ ਤੇ ਇਹ ਉਹ ਕਿੱਥੇ ਲੈ ਕੇ ਆ ਗਏ ਮੈਨੂੰ। ਤਜਨੇ ਕੀ ਅਬਲਾਖ ਨਾ ਕਰਈ। ਉਹਨਾਂ ਨਾਲ ਜਿਵੇਂ ਏਦਾਂ ਦੀ ਮਨ ਬਿਰਤੀ ਹੋ ਗਈ ਵੀ ਉਹਨਾਂ ਨੂੰ ਉਹ ਦ੍ਰਿਸ਼ ਛੱਡਣ ਨੂੰ ਦਿਲ ਨਹੀਂ ਕਰਦਾ। ਕਈ ਜਿਹੜੇ ਦ੍ਰਿਸ਼ ਨੇ ਉਹ ਵਾਕਿਆ ਹੀ ਨਹੀਂ ਛੱਡਣ ਵਾਲੇ ਹੁੰਦੇ, ਛੱਡੇ ਵੀ ਨਹੀਂ ਜਾ ਸਕਦੇ। ਅੱਖਾਂ ਦਾ ਉਹਨਾਂ ਦਾ ਸੰਜੋਗ ਹੀ ਇਵੇਂ ਦਾ ਹੁੰਦਾ, ਉਹਨਾਂ ਦਾ ਦਿਲ ਨਹੀਂ ਕਰਦਾ ਵੀ ਮੈਂ ਇਹ ਦ੍ਰਿਸ਼ ਨਜ਼ਾਰਾ ਛੱਡ ਕੇ ਜਾਵਾਂ। ਰਹੋ ਇਹਾਂ ਮੈਂ ਹਿਰਦੈ ਵਿਚਰਈ। ਮਨ ਦੇ ਵਿੱਚ ਇਹਨਾਂ ਦੇ ਵੀ ਆ ਗਈ ਵੀ ਮੈਂ ਥੱਲੇ ਕੀ ਕਰਦਾ, ਮੈਂ ਵੀ ਇੱਥੇ ਹੀ ਆ ਜਾਣਾ, ਇਹਨਾਂ ਦੇ ਵਿੱਚ ਰਹਿਣਾ ਆਪਣੇ ਵੱਡੇ ਵਡੇਰਿਆਂ ਦੇ ਕੋਲ। ਆਨੰਦ ਦਿਖਾਏ ਬਡੋ ਜਗਨਾਥਾ। ਇਸ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਜਿਹੜੇ ਪਿਤਾ ਜੀ ਸੀ ਉਹਨਾਂ ਨੂੰ ਬਹੁਤਾ ਆਨੰਦ ਦਿਖਾਇਆ ਮਾਤ ਲੋਕ ਦੇ ਵਿੱਚ ਰਹਿੰਦਿਆਂ, ਵੀ ਉਹਨਾਂ ਦਾ ਆਉਣ ਵਾਲਾ ਭਵਿੱਖ ਕੀ ਹੈ, ਉਹਨਾਂ ਦੀ ਪਹੁੰਚ ਕਿੱਥੇ ਜਾਣੀ ਹੈ। ਫਿਰ ਹੁੰਦਾ ਨਾ ਵੀ ਰਾਹ ਪੱਧਰਾ ਜਿਹਾ ਦਿਖਾਈ ਦਿੰਦਾ ਨਾ, ਇੱਦਾਂ ਹੁੰਦਾ ਹੈ ਨਾ, ਤਾਂ ਉਹਨਾਂ ਨੇ ਇਵੇਂ ਦੀ ਉਹਨਾਂ ਦੇ ਉੱਤੇ ਮਿਹਰ ਕੀਤੀ ਹੈ। ਪਿਤ ਕੋ ਗਹਿਓ ਹਾਥ ਮੈਂ ਹਾਥਾ। ਫਿਰ ਗੁਰੂ ਮਹਾਰਾਜ ਨੇ ਆਪਣੇ ਪਿਤਾ ਜੀ ਦਾ ਜਿਹੜਾ ਹੱਥ ਸੀ ਉਹਨਾਂ ਨੇ ਉਹ ਫੜਿਆ ਹੈ। ਤੇਹ ਛਿਨ ਮੈਂ ਲੋਚਨ ਖੁਲਵਾਏ। ਉਸ ਘੜੀ ਉਸ ਛਿਨ ਦੇ ਵਿੱਚ ਉਹਨਾਂ ਨੇ ਕਿਹਾ ਪਿਤਾ ਜੀ ਅੱਖਾਂ ਖੋਲੋ। ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਸ੍ਰੀ ਮੁਖ ਸੋ ਅਸ ਬਚਨ ਅਲਾਏ। ਉਹ ਸਾਹਮਣੇ ਦਾ ਜਿਹੜਾ ਦ੍ਰਿਸ਼ ਸੀ ਉਹ ਉੱਥੋਂ ਦਾ ਅਲੋਪ ਹੋ ਗਿਆ, ਤਾਂ ਸਾਹਮਣੇ ਗੁਰੂ ਜੀ ਬੈਠੇ ਸੀ। ਉਹ ਸਾਰਾ ਉਹਨਾਂ ਨੇ ਦ੍ਰਿਸ਼ ਦਿਖਾ ਦਿੱਤਾ ਜੋ ਮਹਿਤਾ ਕਾਲੂ ਜੀ ਦੇਖਣਾ ਚਾਹੁੰਦੇ ਸਨ। ਦੇਖੇ ਪਿਤਰ ਕਿਦੋ ਤੁਮ ਨਾਹੀ। ਕਹਿੰਦੇ ਮਹਾਰਾਜ ਜੀ ਨੇ ਇਹ ਗੱਲ ਕਹੀ ਕਿ ਦੱਸੋ ਕਿਵੇਂ ਲੱਗਾ ਆਪਣੇ ਪਹਿਲੇ ਪਰਿਵਾਰ ਨੂੰ ਮਿਲ ਕੇ, ਉਹਨਾਂ ਦਾ ਸੁੱਖ ਦੇਖ ਕੇ, ਉਹਨਾਂ ਦੀ ਅਡੋਲ ਅਵਸਥਾ ਦੇਖ ਕੇ। ਕਹੋ ਬਿਰਤੰਤ ਸਬੈ ਹਮ ਪਾਹੀ। ਗੁਰੂ ਜੀ ਕਹਿੰਦੇ ਦੱਸਣਾ ਕਰੋ। ਕਾਲੂ ਕੋ ਸਭ ਸੰਸੈ ਭਾਗਾ। ਹੁਣ ਮਹਿਤਾ ਕਾਲੂ ਜੀ ਨੂੰ ਸਾਰੇ ਤਰ੍ਹਾਂ ਦਾ ਜਿਹੜਾ ਸੰਦੇਹ ਸੀ ਜਾਂ ਮਨ ਦੇ ਵਿੱਚ ਕੋਈ ਭਰਮ ਸੀ ਉਹ ਸਾਰਾ ਮਿਟ ਗਿਆ। ਜਾਨ ਪ੍ਰਭੂ ਕੋ ਮਨ ਅਨੁਰਾਗਾ। ਉਹਨਾਂ ਨੂੰ ਗੁਰੂ ਜੀ ਨੂੰ ਪ੍ਰਭੂ ਸਰੂਪ ਜਾਣ ਕੇ ਉਹਨਾਂ ਦਾ ਮਨ ਜਿਹੜਾ ਸੀ ਉਹਨਾਂ ਕੋਲੋਂ ਜਾਣਨ ਦਾ ਕੋਈ ਇਸ਼ਕ ਬਣ ਗਿਆ। ਹੋਰ ਉਹਨਾਂ ਨੂੰ ਦੇਖਿਆ ਵੀ ਜਿਹੜੇ ਪੁੰਨ ਅਸੀਂ ਕਰਕੇ ਜਿਹਨੂੰ ਪਾਣਾ ਚਾਹੁੰਦੇ ਉਹ ਸਾਡੇ ਘਰ 'ਚ ਪੁੱਤਰ ਬਣ ਕੇ ਆਇਆ ਹੈ। ਕਹਿਣ ਲੱਗਿਓ ਮੈਂ ਸਭ ਹੀ ਦੇਖੇ। ਉਹਨਾਂ ਨੇ ਕਿਹਾ ਵੀ ਮੈਂ ਇਹ ਦ੍ਰਿਸ਼ ਸਾਰਾ ਹੀ ਦੇਖਿਆ ਹੈ।
ਦਰਸ਼ਨ ਕੀਤਾ। ਅਸੀਂ ਉੱਦਾਂ ਕਈ ਵਾਰੀ ਸਾਡੀ ਜ਼ਿੰਦਗੀ 'ਚ ਘਟਨਾਵਾਂ ਹੁੰਦੀਆਂ, ਜਿਹੜੀ ਚੀਜ਼ ਅਸੀਂ ਨਹੀਂ ਦੇਖੀ ਹੋਵੇ, ਅਸੀਂ ਕਹਿੰਦੇ ਆਪਾਂ ਵੀ ਹਜ਼ੂਰ ਸਾਹਿਬ ਨਹੀਂ ਗਏ, ਨੰਦੇੜ ਨਹੀਂ ਗਏ, ਆਹ ਜਗ੍ਹਾ ਨਹੀਂ ਗਏ, ਇਸ ਜਗ੍ਹਾ ਨਹੀਂ ਗਏ, ਨਨਕਾਣਾ ਸਾਹਿਬ ਨਹੀਂ ਗਏ। ਪਰ ਜਦੋਂ ਬ੍ਰਹਮ ਲੋਕ ਤੁਸੀਂ ਸਿੱਧੇ ਚਲੇ ਜਾਓ ਕਿਸੇ ਤਰ੍ਹਾਂ, ਮਹਾਰਾਜ ਨੇ ਉਹ ਚੀਜ਼ ਦਿਖਾਈ ਵੀ ਜਿਹੜੇ ਬੜੇ ਬੜੇ ਕਰਮਾਂ ਕਰਨ ਤੋਂ ਬਾਅਦ ਮਿਲਦੀ ਆ। ਤਾਂ ਫਿਰ ਉਹਨਾਂ ਨੇ ਦੇਖਿਆ ਵੀ ਮੇਰੇ ਘਰ ਦੇ ਵਿੱਚ ਇੰਨੀ ਵੱਡੀ ਕਿਰਪਾ ਹੋਈ ਤਾਂ ਮੈਨੂੰ ਨਹੀਂ ਪਤਾ, ਵੀ ਮੈਨੂੰ ਹੁਣ ਪਤਾ ਲੱਗ ਰਿਹਾ ਵੀ ਉਮਰ ਲੰਘ ਗਈ, ਫੇਰ ਪਤਾ ਲੱਗ ਰਿਹਾ ਜਦੋਂ ਸਭ ਨੂੰ ਪਤਾ ਲੱਗ ਗਿਆ। ਇਹ ਗੱਲ ਸੀ ਉਹਨਾਂ ਦੇ ਮਨ ਦੇ ਵਿੱਚ। ਬਸੇ ਤਹਾਂ ਜਹ ਆਨੰਦ ਵਿਸੇਖੇ। ਉਹਨਾਂ ਵੇਖਿਆ ਵੀ ਮੈਂ ਇੱਥੇ ਪਾਈ ਨੂੰ ਵਹਿੰਦਾ ਰਹਿਣਾ ਵੀ ਪੈਸੇ ਘਟਦੇ ਵੱਧਦੇ ਕਿੱਦਾਂ, ਜੋੜਨੇ ਕਿੰਨੇ ਆ, ਜ਼ਮੀਨ ਕਿੱਦਾਂ ਵਧਾਉਣੀ ਆ। ਉਹ ਮੇਰੇ ਨੂੰ ਆਨੰਦ 'ਚ ਰਹਿਣ ਦੇ ਸਾਡੇ ਵੱਡੇ ਵਡੇਰੇ, ਮੈਂ ਇੱਥੇ ਜ਼ਮੀਨ ਨਾਪ ਕੇ ਰਹਿਣਾ। ਇਸ ਕਰਕੇ ਉਹਨਾਂ ਨੇ ਜਦੋਂ ਉਹਨਾਂ ਦਾ ਆਨੰਦ ਦੇਖਿਆ ਤਾਂ ਅਬ ਕਰ ਕਿਰਪਾ ਮੁਝੈ ਤਿਹ ਥਾਨਾ। ਉਹਨਾਂ ਨੇ ਇਹ ਗੱਲ ਕਹੀ ਵੀ ਗੁਰੂ ਜੀ ਨੂੰ ਵੀ ਮੈਨੂੰ ਏਦਾਂ ਕਰ ਵੀ ਕੋਈ ਇਹੋ ਜਿਹੀ ਕਲਾ ਵਰਤਾਓ, ਮਿਹਰ ਕਰੋ ਮੇਰੇ ਉੱਤੇ। ਪਹੁੰਚਾਵੋ ਤੁਮ ਮਇਆ ਨਿਦਾਨਾ। ਜਿੱਥੋਂ ਤੁਸੀਂ ਮੈਨੂੰ ਵਾਪਸ ਬੁਲਾ ਲਿਆ ਨਾ, ਜੋ ਦਿਖਾ ਕੇ ਮੈਨੂੰ ਉੱਥੇ ਭੇਜੋ ਉਹਨਾਂ ਦੇ ਕੋਲ। ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਮੈਂ ਉਹਨਾਂ ਦੇ ਕੋਲ ਜਾਣਾ ਚਾਹੁੰਦਾ ਹਾਂ। ਮਲ ਮੂਤਰ ਕੀ ਤਜ ਕਰ ਦੇਹਾ। ਇੱਥੇ ਤੇ ਪਰੇਸ਼ਾਨੀ ਹੀ ਪਰੇਸ਼ਾਨੀ ਹੈ। ਆ ਸਰੀਰ ਜਿਹੜਾ ਮਲ ਮੂਤਰ ਦੀ ਦੇਹ ਹੈ, ਸਰੀਰ ਹੈ, ਤਾਂ ਮੈਨੂੰ ਉੱਥੇ ਪਹੁੰਚਾਉਣਾ ਕਰੋ। ਪਹੁੰਚੋ ਤਹਾਂ ਚਾਹੇ ਮਮ ਇਹਾ। ਮੇਰੇ ਮਨ ਦੀ ਇਹ ਇੱਛਾ ਹੈ, ਇਹ ਕਾਮਨਾ ਹੈ, ਮੈਂ ਉੱਥੇ ਜਾਣਾ ਚਾਹੁੰਦਾ ਹਾਂ। ਸੁਨੋ ਪਿਤਾ ਤਵ ਬੈਸ ਬਿਹਾਈ। ਉਹ ਕਹਿਣ ਲੱਗੇ ਗੁਰੂ ਮਹਾਰਾਜ ਜੀ, ਇਹਨਾਂ ਦੇ ਸਵਾਲ ਦਾ ਉਹਨਾਂ ਨੇ ਉੱਤਰ ਦਿੱਤਾ। ਗੁਰੂ ਜੀ ਕਹਿੰਦੇ, ਪਿਤਾ ਜੀ ਤੁਹਾਡੀ ਜਿਹੜੀ ਉਮਰ ਹੈ ਨਾ, ਉਹ ਜਿੰਨੀ ਸੀ ਉਹ ਸਾਰੀ ਤੁਸੀਂ ਭੋਗ ਚੁੱਕੇ ਹੋ। ਨੇੜੇ ਸਮਾਂ ਆ ਢੁੱਕਿਆ ਜਾਣ ਦਾ। ਕਿਤਕ ਦਿਵਸ ਮੈਂ ਪਹੁੰਚੋ ਜਾਈ। ਕੁਝ ਕੁ ਦਿਨਾਂ ਦੇ ਵਿੱਚ ਹੀ ਤੁਸੀਂ ਉੱਥੇ ਪਹੁੰਚ ਜਾਵੋਗੇ। ਆਪੇ ਉੱਠ ਕੇ ਸਭ ਭੋਜਨ ਖਵਾਵੋ। ਗੁਰੂ ਮਹਾਰਾਜ ਕਹਿੰਦੇ ਹੁਣ ਜਿਹੜਾ ਤੁਸੀਂ ਭੋਜਨ ਤਿਆਰ ਕੀਤਾ ਨਾ, ਇਹ ਖਵਾ ਦਿਓ ਜਿਹੜੇ ਰਿਸ਼ਤੇਦਾਰ, ਭੈਣ ਭਰਾ, ਪਿੰਡ ਦੇ ਵਾਸੀ ਆਏ ਨਾ। ਪਰ ਤੁਹਾਨੂੰ ਇਹ ਗੱਲ ਦਾ ਗਿਆਤ ਹੋ ਜਾਣਾ ਚਾਹੀਦਾ ਵੀ ਸਾਡੇ ਪਿੱਤਰਾਂ ਨੂੰ ਲੋੜ ਨਹੀਂ ਹੈ। ਬਾਹੁਰ ਬੈਠ ਹਰ ਕੀ ਗੁਣ ਗਾਵੋ। ਇਹ ਵਰਤਾ ਕੇ ਨਿਚਿੰਤ ਹੋ ਕੇ ਪਰਮਾਤਮਾ ਦਾ ਸਿਮਰਨ ਕਰੋ। ਆਪਾਂ ਸਿਮਰਨ ਦੀ ਜਿਹੜੀ ਗੱਲ ਹੈ ਜਦੋਂ ਸਾਡੇ ਜੀਵਨ ਵਿੱਚ ਆਉਂਦੀ ਹੈ, ਇਹ ਗਿਆਨ ਤੋਂ ਬਾਅਦ ਸਿਮਰਨੀ ਬਣਦੀ ਹੈ। ਜਾਂ ਕਈ ਵਾਰ ਕਿ ਸਿਮਰਨ ਕਰੋ ਤਾਂ ਗਿਆਨ ਦੀ ਅਵਸਥਾ ਬਣਦੀ ਹੈ। ਇਹ ਦੋਨੇ ਇੱਕ ਦੂਜੇ ਦੇ ਭਰਪੂਰਕ ਹਨ। ਬਚਨ ਮਾਨ ਉਠ ਦੀਨ ਆਹਾਰਾ। ਕਹਿੰਦੇ ਫੇਰ ਉਹਨਾਂ ਨੇ ਇਵੇਂ ਕੀਤਾ ਕਿ ਗੁਰੂ ਜੀ ਦੇ ਵਾਕ ਦੇ ਮੁਤਾਬਕ ਉਹਨਾਂ ਨੇ ਫਿਰ ਸਾਰਿਆਂ ਨੂੰ ਜੋ ਪ੍ਰਸ਼ਾਦਾ ਬਣਾਇਆ ਸੀ ਉਹ ਛਕਾ ਦਿੱਤਾ। ਜੋ ਤਹਿ ਆਏ ਸਭ ਕੋ ਖੁਆਰਾ। ਮੌਕਾ ਦੇ ਉੱਤੇ ਜਿਹੜੇ ਵੀ ਹਾਜ਼ਰ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਸੀ ਪ੍ਰਸ਼ਾਦਾ ਛਕਾਇਆ ਹੈ। ਕਿਤਕ ਦਿਵਸ ਜਬ ਬਾਹੁਰ ਬਿਤਾਏ। ਕਹਿੰਦੇ ਕੁਝ ਕੁ ਦਿਨ ਹੀ ਹੋਰ ਲੰਘੇ ਸੀ, ਕੁਝ ਕੁ ਦਿਨ ਜਦੋਂ ਹੋਰ ਬਤੀਤ ਹੋਏ। ਅੰਤ ਸਮਾ ਪਹੁੰਚੋ ਤਬ ਆਏ। ਉਸ ਵੇਲੇ ਮਹਿਤਾ ਕਾਲੂ ਜੀ ਦੇ ਸਰੀਰ ਦੇ ਤਿਆਗਣ ਦਾ ਜਿਹੜਾ ਸੀ ਆਖਰੀ ਸਮਾਂ ਆਏ ਗਿਆ। ਜਿਉ ਗਜ ਫੂਲ ਮਾਲ ਕੋ ਡਾਰੇ। ਜਿਸ ਤਰ੍ਹਾਂ ਗੱਜ ਭਾਵ ਕੇ ਜਿਹੜਾ ਹਾਥੀ ਹੈ ਉਹ ਆਪਣੇ ਸਰੀਰ ਤੋਂ ਫੁੱਲਾਂ ਦੀ ਮਾਲਾ ਨੂੰ ਸਹਿਜ ਹੀ ਉਤਾਰ ਦਿੰਦਾ ਹੈ ਤੇ ਸੁੱਟ ਦਿੰਦਾ ਹੈ ਆਸਾਨੀ ਦੇ ਨਾਲ। ਤਿਉ ਤਨ ਤਜ ਬੈਕੁੰਠ ਪਧਾਰੇ। ਜਿਵੇਂ ਹੀ ਮਹਿਤਾ ਕਾਲੂ ਜੀ ਸਹਿਜ ਹੀ ਬਿਨਾਂ ਕਿਸੇ ਕਸ਼ਟ ਤੋਂ, ਦੁੱਖ ਤਕਲੀਫ ਤੋਂ ਬੜੇ ਆਰਾਮ ਨਾਲ ਹੀ ਉਹਨਾਂ ਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ। ਸ੍ਰੀ ਨਾਨਕ ਉੱਤਮ ਬਿਦ ਸੰਗਾ। ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਸੁਪੁੱਤਰ ਸਭ ਤਰ੍ਹਾਂ ਦੇ ਨਾਲ ਪਿਤ ਕੋ ਦਾਹ ਕੀਓ ਸਰਬੰਗਾ। ਉਹਨਾਂ ਨੇ ਆਪਣੇ ਪਿਤਾ ਜੀ ਦੀ ਜਿਹੜੀ ਅੰਤਮ ਰਸਮ ਸੀ ਉਹਨਾਂ ਨੇ ਨਿਭਾਈ। ਇਹ ਵੀ ਇੱਕ ਬੜਾ ਵੱਡਾ ਸੰਯੋਗ ਕਹੋ ਕਿ ਜਿਹੜਾ ਮਾਤਾ ਪਿਤਾ ਦੀਆਂ ਅੰਤਮ ਰਸਮਾਂ ਹੁੰਦੀਆਂ, ਉਹਨਾਂ ਦੀਆਂ ਔਲਾਦਾਂ ਪਰਿਵਾਰ ਦੇ ਜੀਅ ਕਰਦੇ ਨੇ, ਤਾਂ ਮਹਾਰਾਜ ਤਲਵੰਡੀ ਨਨਕਾਣਾ ਸਾਹਿਬ ਵਿਖੇ ਆਏ ਹੋਏ ਸੀ। ਜਦੋਂ ਉਹਨਾਂ ਨੇ ਸਰੀਰ ਤਿਆਗਿਆ,
ਉਹਨਾਂ ਨੇ ਉਹਨਾਂ ਦੀ ਸਾਰੀ ਅੰਤਮ ਰਸਮ ਆਪਣੇ ਹੱਥਾਂ ਦੁਆਰਾ ਕੀਤੀ। ਕਿਤਕ ਦਿਵਸ ਤੇ ਕੇ ਪਛਾਤੀ, ਕਹਿੰਦੇ ਕੁਝ ਕੁ ਦਿਨਾਂ ਦੇ ਬਾਅਦ ਹੀ ਉਸ ਤੋਂ ਤ੍ਰਿਪਤਾ ਤਜੀ ਦੇ ਸੁਭ ਭਾਂਤੀ। ਗੁਰੂ ਕੇ ਮਾਤਾ ਜੀ, ਮਾਤਾ ਤ੍ਰਿਪਤਾ ਜੀ, ਉਹਨਾਂ ਨੇ ਵੀ ਆਪਣਾ ਸਰੀਰ ਜਿਹੜਾ ਸੀ ਉਹ ਤਿਆਗ ਗਏ। ਸਹਿਜ ਹੀ ਉਹਨਾਂ ਨੇ ਵੀ ਸਰੀਰ ਤਿਆਗਿਆ। ਤਿਹ ਕੋ ਦਾਹ ਕੀਨ ਸੁਭ ਰੀਤੀ। ਗੁਰੂ ਮਹਾਰਾਜ ਨੇ ਆਪਣੇ ਮਾਤਾ ਜੀ ਦੀ ਜਿਹੜੀ ਅੰਤਮ ਰਸਮ ਸੀ ਮਾਤਾ ਪਿਤਾ ਦੀ, ਦੋਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਆਪੇ ਹੀ ਕੀਤੀਆਂ ਸਨ। ਕੀ ਬੈਕੁੰਠ ਕਰਤਿਓ ਸੁਤ ਪ੍ਰੀਤੀ। ਤੇ ਇਸ ਤਰ੍ਹਾਂ ਦੇ ਨਾਲ ਉਹ ਆਪਣੇ ਜੀਵਨ ਦੀ ਯਾਤਰਾ ਨੂੰ ਤੈਅ ਕਰਦੇ ਹੋਏ ਬੈਕੁੰਠ ਸੱਚਖੰਡ ਧਾਮ ਚਲੇ ਗਏ। ਸਰਬ ਦਰਬ ਜੇ ਤੋ ਕਰਬਾਰਾ। ਹੁਣ ਮਹਾਰਾਜ ਜੀ ਨੇ ਦੇਖਿਆ ਜਿਵੇਂ ਦਾ ਉਹਨਾਂ ਦਾ ਜੀਵਨ ਨਿਰਲੇਪ ਸੀ, ਘਰ ਸੀ, ਬਾਹਰ ਸੀ, ਜਿੰਨਾ ਵੀ ਪੈਸਾ ਸੀ, ਸੰਪਤੀ ਸੀ ਘਰ ਦੇ ਵਿੱਚ, ਦਇਓ ਅਤਿਥਦਨ ਕੋ ਸੁਖਕਾਰਾ। ਮਹਾਰਾਜ ਜੀ ਨੇ ਇਵੇਂ ਕੀਤਾ ਵੀ ਮਾਤਾ ਪਿਤਾ ਦੀ ਜ਼ਿੰਦਗੀ ਦੀ ਜਿਹੜੀ ਸਾਰੀ ਕਮਾਈ ਸੀ ਉਹਨਾਂ ਨੇ ਲੋੜਵੰਦਾਂ ਨੂੰ, ਜ਼ਰੂਰਤਮੰਦਾਂ ਨੂੰ, ਉਹ ਸਾਰੀ ਦੀ ਸਾਰੀ ਗੁਰੂ ਮਹਾਰਾਜ ਨੇ ਵੰਡ ਦਿੱਤੀ ਵੀ ਤੂੰ ਵੀ ਲੈ, ਤੂੰ ਵੀ ਲੈ, ਤੂੰ ਵੀ ਲੈ। ਆਪ ਜਿਹੜੇ ਸੀ ਉਹ ਨਿਰੰਕਾਰੀ ਸਰੂਪ ਸੀ, ਉਹਦੇ ਵਿੱਚ ਉਹਨਾਂ ਦਾ ਜੀਵਨ ਸੀ। ਬੀਦੀ ਕੁਲ ਕੇ ਮਨੁਜ ਮਹਾਨਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਕੁਲ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਸਭ ਤੋਂ ਸ੍ਰੇਸ਼ਟ ਪੁਰਸ਼ ਹੋਏ ਸੀ ਬੇਦੀਆਂ ਦੇ ਵਿੱਚ। ਉਹਨਾਂ ਦੇ ਅਵਸਥਾ ਦੇ ਵਿੱਚ ਜਦੋਂ ਤੁਸੀਂ ਗੁਰੂ ਮਹਾਰਾਜ ਦੇ ਬਚਨ ਸੁਣਨੇ ਹੋ ਨਾ ਪੰਜਵੇਂ ਹਜ਼ੂਰ ਦੇ, ਤਾਂ ਉਹਨਾਂ ਨੇ ਕਿਹਾ ਬੋਲ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜੀਹੀ ਕਿਆ ਬਖਾਨਾ ਹਾਂ ਕੇ ਬਲ 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 ਸਦ ਬਲਹਾਰ। ਗੁਰੂ ਨਾਨਕ ਦੇਵ ਮਹਾਰਾਜ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਉਹਦੇ ਦਰ ਦੇ ਉੱਤੇ ਪਰਮਾਤਮਾ ਵਰਗੇ ਗੁਰੂ ਨਾਨਕ ਨੇ। ਜੇ ਕਿਸੇ ਬੰਦੇ ਕੋਈ ਜ਼ਬਾਨ ਦੁਆਰਾ ਕਹੇ ਨਾ ਮੈਂ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਕਰਾਂ, ਤਾਂ ਕੀ ਕਰ ਸਕਦਾ? ਕੁਛ ਨਹੀਂ ਕਰ ਸਕਦਾ। ਬਲਹਾਰ ਜਾ ਸਕਦਾ, ਇਹ ਨਹੀਂ ਕਹਿ ਸਕਦਾ ਮੇਰੀ ਕਥਨ ਸ਼ਕਤੀ ਵੱਡੀ ਸੀ। ਅਨਿਕ ਬਿਦਨ ਸਮਝਾਏ ਸੁਜਾਨਾ। ਹੁਣ ਇਸ ਤਰ੍ਹਾਂ ਨਾਲ ਜਦੋਂ ਮਹਾਰਾਜ ਦਾ ਵਿਰਾਗ, ਤਿਆਗ, ਗਿਆਨ, ਸਭ ਅਵਸਥਾਵਾਂ ਇੰਨੀਆਂ ਵੱਡੀਆਂ ਸੀ, ਤੇ ਪਿੰਡ ਦੇ ਲੋਕ ਜਿਹੜੇ ਸੀ ਫਿਰ ਉਹਨਾਂ ਨੇ ਵੇਖਿਆ ਵੀ ਜਿਹੜੀਆਂ ਚੀਜ਼ਾਂ ਲਈ ਅਸੀਂ ਕਿਸੇ ਲਈ ਖਿੱਚ ਰੱਖਦੇ ਹਾਂ, ਮਹਾਰਾਜ ਨੇ ਉਹ ਨਹੀਂ ਰੱਖੀ, ਮੋਹ ਨਹੀਂ ਸੀ। ਉਹਨਾਂ ਨੇ ਬੜੀ ਤਰ੍ਹਾਂ ਸਮਝਾਇਆ ਹੈ। ਰਹੋ ਆਪ ਨਿਜ ਪਿਤ ਜਿਉ ਪੁਰ ਮੈਂ। ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਤੁਸੀਂ ਇਹ ਸਭ ਦਾਨ ਕਰਤਾ, ਕੀ ਕੀਤਾ? ਤੁਸੀਂ ਆਪਣੇ ਪਿਤਾ ਦੀ ਜਿਹੜੀ ਜਾਇਦਾਦ ਸੰਭਾਲਣੀ ਸੀ, ਘਰ ਰਹਿਣਾ ਸੀ, ਇੱਥੇ ਰਹਿਣਾ ਸੀ, ਹੁਣ ਤੁਹਾਡੇ ਪਿੰਡ ਰਹਿਣ ਦੇ ਦਿਨ ਸਨ। ਜਿਉ ਬਿਰਕਤ ਹੋਏ ਅਸ ਉਰ ਮੈਂ। ਕਹਿੰਦੇ ਇਸ ਤਰ੍ਹਾਂ ਦੇ ਨਾਲ ਤੁਸੀਂ ਤੇ ਐਵੇਂ ਕੀਤਾ ਵੀ ਜਿੱਦਾਂ ਆਉਣ ਵਾਲੀ ਜ਼ਿੰਦਗੀ ਵਿੱਚ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ, ਵੀ ਤੁਸੀਂ ਵਿਰਾਗੀ ਬਣ ਚੁੱਕੇ ਹੋ, ਵੀ ਇਹਨਾਂ ਚੀਜ਼ਾਂ ਨਾਲ ਮੋਹ ਨਹੀਂ। ਕਿਉਂਕਿ ਕਿਸੇ ਨੂੰ ਆਪਾਂ ਥੋੜ੍ਹਾ 10-20 ਰੁਪਈਏ ਦੇਣੇ ਹੋਣ ਤੇ ਅਸੀਂ ਕਹਿੰਦੇ ਮੇਰੇ ਤੇ ਆਪ ਘੱਟ ਹੈ, ਤੁਸੀਂ ਸਾਰੇ ਦੇ ਦਿੱਤੇ। ਇਹ ਕੀ ਕੀਤਾ ਆਪਨੇ? ਸ੍ਰੀ ਗੁਰ ਕਹੈ ਪਰਪੰਚ ਪਸਾਰੇ। ਗੁਰੂ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਸਾਨੂੰ ਅੱਖਾਂ ਰਾਹੀਂ ਪ੍ਰਪੰਚ ਦਿਖਾਈ ਦਿੰਦਾ ਨਾ, ਇਹ ਬੰਦੇ ਦੀ ਪਕੜ ਆ, ਮੋਹ ਹੁੰਦਾ। ਅਸਲ ਵਿੱਚ ਇਹ ਹੁੰਦਾ ਹੱਥ 'ਚ ਨਹੀਂ ਫੜਿਆ ਜਾ ਸਕਦਾ। ਇਹ ਇਦਾਂ ਦਾ ਹੀ ਹੈ ਦੁਨੀਆ। ਨਸਵਰ ਝੂਠੋ ਲੇਹੁ ਵਿਚਾਰੇ। ਜਿਹੜੇ ਬੰਦੇ ਇਹਦਾ ਖਹਿੜਾ ਨਹੀਂ ਛੱਡਦੇ ਵੀ ਕੁਦਰਤ ਛਡਾ ਉਹਨਾਂ ਕੋਲ ਵੀ ਦਿੰਦੀ ਹੈ, ਪਰ ਉਹਨਾਂ ਦਾ ਧਿਆਨ ਪਿੱਛੇ ਤੁਰਿਆ ਰਹਿੰਦਾ, ਉਦਾਂ ਇਹ ਸਭ ਚੀਜ਼ਾਂ ਨਾਸਵੰਤ ਹਨ। ਜਾਣਦੇ ਤਜਹੋ ਪ੍ਰੀਤ ਇਹ ਸੰਗਾ। ਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਜਿਹੜੇ ਇਨਸਾਨ ਇਹਨਾਂ ਦੀ ਪ੍ਰੀਤ ਵਿੱਚ ਜੀਂਦੇ ਨੇ ਉਹਨਾਂ ਦਾ ਮੋਹ ਵੀ ਝੂਠਾ ਹੁੰਦਾ ਹੈ। ਸਤਨਾਮ ਸਿਮਰੋ ਸੋ ਅਮੰਗਾ। ਜੇ ਕਿਸੇ ਮਨੁੱਖ ਨੇ ਆਪਣੇ ਜੀਵਨ ਦਾ ਆਤਮਿਕ ਆਨੰਦ ਲੈਣਾ ਤਾਂ ਉਹਨੂੰ ਸਤਨਾਮ ਸਿਮਰਨਾ ਚਾਹੀਦਾ। ਸਤਨਾਮ ਸ਼ਬਦ ਦਾ ਇੱਕ ਭੇਦ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਸਤਨਾਮ ਦਾ ਉਹ ਨਾਮ ਹੈ ਜਿਹੜਾ ਸਦਾ ਵਾਸਤੇ ਰਹਿਣਾ, ਉਹ ਨਾਮ ਹੈ ਜਿਹੜਾ ਅਮਿਟ ਹੈ। ਇਸ ਵਾਸਤੇ ਸਦਾ ਜੋ ਸਤਨਾਮ ਸਿਮਰਦੇ ਹਨ, ਦਿਵਸ ਬਿਤਾਵਹਿ ਵਹਿਰ ਉਜਾਰਾ। ਗੁਰੂ ਮਹਾਰਾਜ ਕੁਝ ਦਿਨ ਪਿੰਡ ਰਹੇ,
ਉਹਨਾਂ ਵਾਸਤੇ ਘਰ ਤੋਂ ਬਾਹਰ ਉਹ ਆਪਣਾ ਦਿਨ ਜਿਹੜਾ ਸੀ ਬਤੀਤ ਕਰ ਦਿੰਦੇ ਸੀ, ਇਕਾਂਤ ਵਿੱਚ ਰਹਿੰਦੇ ਸੀ। ਆਵਹਿ ਪੁਰ ਮੈਂ ਰਹਿਨ ਉਦਾਰਾ, ਰਾਤ ਦੇ ਸਮੇਂ ਉਹ ਆਪਣੀ ਨਗਰੀ ਦੇ ਵਿੱਚ ਆ ਜਾਂਦੇ ਸੀ। ਕਿਤਕ ਦਿਵਸ ਬੀਤੇ ਤਲਵੰਡੀ, ਜਦੋਂ ਕੁਝ ਕੁ ਦਿਨ ਜਿਹੜੇ ਸੀ ਨਾ ਤਲਵੰਡੀ ਦੇ ਵਿੱਚ ਬਤੀਤ ਹੋਏ। ਇੱਕ ਥੋੜੀ ਅਨੁਭਵੀ ਗੱਲ ਆ, ਅਨੁਭਵੀ ਨਹੀਂ ਆ, ਦਰਸ਼ਨ ਸ਼ਾਸਤਰ ਨਾਲ ਜੁੜਦੀ ਆ ਵੀ ਇਹ ਦੇਖੋ ਗੁਰੂ ਜੀ ਨੇ ਆਪਣਾ ਸਭ ਦਾਨ ਕੀਤਾ। ਐਵੇਂ ਉਸ ਨਗਰ ਦਾ ਜਿਹੜਾ ਮੁਖੀਆ ਸੀ ਰਾਏ ਵਲਾਰ, ਵੀ ਜੇ ਇਹਦੇ ਕੋਈ ਸੰਪਰਕ ਬਣਦੇ ਨੇ ਗਾਂ ਅੱਗੇ ਜਾ ਕੇ, ਉਹਨੇ ਜਿੰਨੀ ਆਪਣੀ ਦੌਲਤ ਸੀ ਉਹਨੇ ਮਹਾਰਾਜ ਦੇ ਨਾਮ ਕਰੀ ਇਹਨਾਂ ਨੂੰ, ਵੀ ਗੁਰੂ ਨਾਨਕ ਜੈਸਾ ਕੋਈ ਪੈਗੰਬਰ ਅਵਤਾਰ ਨਹੀਂ ਹੋਇਆ। ਇਹਨਾਂ ਨੇ ਜਿਹੜੀ ਅਤਿਥੀਆਂ ਨਾਲ ਕੀਤੀ ਇੱਦਾਂ, ਇਹ ਪਿਆਰ ਦੇ ਸੰਪਰਕ ਹੈ ਸਾਰੇ। ਇਹ ਰਾਸ ਸੌਦੇਬਾਜ਼ੀਆਂ, ਜਿੱਥੇ ਕੋਈ ਮੇਰ ਤੇਰ ਨਹੀਂ ਰਹਿ ਗਈ। ਉਹਨਾਂ ਮਹਾਰਾਜ ਤੋਂ ਜਦੋਂ ਗਿਆਨ ਲਿਆ, ਉਹਨੇ ਕਿਹਾ ਮਹਾਰਾਜ ਸਾਰੀ ਦੌਲਤ ਮੈਂ ਤੁਹਾਨੂੰ ਦੇਣੀ ਚਾਹੁੰਦਾ। ਮਹਾਰਾਜ ਨੂੰ ਇੱਛਾ ਨਹੀਂ ਸੀ, ਉਹਨੇ ਕਿੰਨੀ ਦਾਨ ਕੀਤੀ। ਉਹਨੇ ਮਹਾਰਾਜ ਦੇ ਕੋਲ ਉਹਨਾਂ ਦੇ ਪਿਤਾ ਜੀ ਦੀ ਕਿੰਨੀ ਸੀ, ਉਹਨਾਂ ਨੇ ਕਿੰਨੀ ਲੋੜਵੰਦਾਂ ਤਾਈਂ ਕਰ ਦਿੱਤੀ। ਅਤਸ਼ੈ ਕੀਰਤ ਜਹ ਤਹਿ ਮੰਡੀ, ਗੁਰੂ ਮਹਾਰਾਜ ਦੀ ਜਿਹੜੀ ਕੀਰਤੀ ਸੀ ਨਾ, ਜਿੱਥੇ ਕਿਤੇ ਮਹਿ ਮੰਡਲ ਦੇ ਵਿੱਚ ਸਾਰੇ ਪਾਸੇ ਹੋ ਰਹੀ ਸੀ। ਆਵਹਿ ਮਨੁਜ ਅਦਿਕ ਅਦਿਕ ਧਰ ਭਾਉ, ਨੇੜੇ ਤੋਂ ਦੂਰ ਤੋਂ ਕਿੰਨੀ ਦੁਨੀਆ ਜਿਹੜੀ ਸੀ ਉਹਨਾਂ ਦੀ ਭਾਵਨਾ ਕਰਕੇ ਉਹਨਾਂ ਦੇ ਪਾਸ ਆ ਰਹੀ ਸੀ। ਸੁਨਹਿ ਬਚਨ ਨਿਤ ਚੌਗੁਨ ਚਾਉ, ਜਿਹੜੇ ਗੁਰੂ ਮਹਾਰਾਜ ਦੇ ਬਚਨ ਸੀ ਅੰਮ੍ਰਿਤਮਈ, ਉਹ ਬੜੇ ਚਾਉ ਦੇ ਨਾਲ ਸਭ ਆ ਕੇ ਮਿਲ ਕੇ ਸਰਵਣ ਕਰਦੇ ਹਨ। ਦੇਹੀ ਮੁਕਤ ਦਾ ਤਿਨ ਉਪਦੇਸਾ, ਗੁਰੂ ਮਹਾਰਾਜ ਜੀ ਦੇ ਜਿਹੜੇ ਬਚਨ ਸੀ ਨਾ, ਉਹ ਉਹਨਾਂ ਦੇ ਵਾਸਤੇ ਇਵੇਂ ਦੇ ਸੀ ਵੀ ਤੁਸੀਂ ਮੰਨਦੇ ਹੋ ਕਿ ਜਿਵੇਂ ਕਿਸੇ ਇਨਸਾਨ ਦਾ ਜੀਵਨ ਸਫਲ ਹੋ ਜਾਏ ਜਾਂ ਉਹਦੇ ਜੀਵਨ ਨੂੰ ਮੁਕਤੀ ਮਿਲ ਜਾਏ। ਪਾਰੀ ਉਪਕਾਰੀ ਸਿਰੀ ਜਗਤੇਸਾ, ਕਿਉਂਕਿ ਗੁਰੂ ਮਹਾਰਾਜ ਜੀ ਜਗਤ ਦੇ ਈਸ਼ਵਰ ਨੇ। ਉਹਨਾਂ ਦਾ ਸੁਭਾਅ ਜਿਹੜਾ ਹੈ ਦੂਸਰਿਆਂ ਦਾ ਭਲਾ ਕਰਨਾ ਸੀ ਜੀਵਨ। ਇਸ ਵਾਸਤੇ ਉਹਨਾਂ ਨੇ ਪਰਉਪਕਾਰ ਦੇ ਵਿੱਚ ਜੀਵਨ ਜਿਹੜਾ ਸੀ ਉਹਨੂੰ ਗੁਜ਼ਾਰਿਆ। ਸਤ ਸੰਗਤ ਮੈਂ ਸਰਦਾ ਧਰਨੰ, ਇਸ ਤਰ੍ਹਾਂ ਦੇ ਨਾਲ ਜਿਹੜੀ ਸਤ ਸੰਗ ਸੀ ਉਹਨਾਂ ਦੇ ਅੰਦਰ ਜਿਹੜੀ ਸੀ ਗੁਰੂ ਜੀ ਦੇ ਪ੍ਰਤੀ ਸੈਨੀ ਸ਼ਰਧਾ ਵਧੀ। ਉਹਨਾਂ ਦੇ ਗਿਆਨ ਨੂੰ ਉਹਨਾਂ ਨੇ ਇਵੇਂ ਪ੍ਰਵਾਨ ਕਰ ਲਿਆ। ਸਤਨਾਮ ਕੋ ਸਿਮਰਨ ਕਰਨੰ, ਸਤਨਾਮ ਦਾ ਜਿਹੜਾ ਸਿਮਰਨ ਕਰਨਾ ਹੈ, ਗੁਰੂ ਕੀ ਸੰਗਤ ਦੇ ਵਿੱਚ ਆ ਕੇ ਸਹਿਜ ਉਹਨਾਂ ਦੇ ਕੋਲ ਸਤਨਾਮ ਦਾ ਸਿਮਰਨ ਜਿਹੜਾ ਸੀ ਕਰਨਾ ਹੋਇਆ। ਪੂਰਨ ਲਖੁ ਪਰਮਾਤਮ ਏਕੂ, ਉਹਨਾਂ ਨੇ ਇਸ ਤਰ੍ਹਾਂ ਗੁਰੂ ਕੇ ਵਾਕ ਦੇ ਰਾਹੀਂ ਪੂਰਨ ਪਰਮਾਤਮਾ ਨੂੰ ਜਾਣਿਆ ਹੈ, ਸਮਝਿਆ ਹੈ। ਸਭ ਪੂਰਨ ਦਾ ਅਰਥ ਹੁੰਦਾ ਸਾਰਿਆਂ ਥਾਵਾਂ ਤੇ, ਇਹ ਹਰ ਥਾਂ ਪੂਰਾ ਹੈ। ਮਨ ਕੀ ਕਲਪਨ ਹੋਤ ਅਨੇਕੂ, ਤੇ ਜਿਵੇਂ ਕਿ ਇਸ ਤਰ੍ਹਾਂ ਦੇ ਨਾਲ ਮਨ ਜਿਹੜਾ ਹੁੰਦਾ ਨਾ ਬੰਦਾ ਇਨਸਾਨ ਦਾ, ਕਵੀ ਜੀ ਕਹਿੰਦੇ ਉਹਦੀਆਂ ਅਨੇਕਾਂ ਕਲਪਨਾ ਹੁੰਦੀਆਂ, ਪਰ ਜਦੋਂ ਗੁਰੂ ਕਾ ਗਿਆਨ ਹੁੰਦਾ ਫਿਰ ਸਾਡੇ ਮਨ ਦੀਆਂ ਕਲਪਨਾ ਇੱਕ ਪਾਸੇ ਰਹਿ ਗਈਆਂ। ਉਹਦਾ ਪਤਾ ਲੱਗਦਾ ਵੀ ਇਹ ਤੇ ਸਾਡੀਆਂ ਜਿਹੜੀਆਂ ਸੀ ਮਿਥਿਆ ਦੀਆਂ ਸੋਚਾਂ ਸੀ, ਵਿਚਾਰਾਂ ਸੀ, ਦੌੜ ਭੱਜ ਸੀ ਜਾਂ ਫੁਰਨੇ ਸੀ। ਇਸ ਪ੍ਰਕਾਰ ਨਾਲ ਇਸ ਮਨ ਕੋ ਜੋ ਜੀਤਨ ਕਰਹੀ, ਜਿਨ੍ਹਾਂ ਵੀ ਪ੍ਰਾਣੀਆਂ ਨੇ ਇਸ ਮਨ ਨੂੰ ਜਿੱਤ ਲਿਆ ਹੈ, ਸੋ ਪਰਮ ਪਦ ਕੇ ਅਨੁਸਰ ਹੀ, ਉਹੀ ਫਿਰ ਜੀਵਨ ਦੇ ਵਿੱਚ ਪਰਮ ਅਵਸਥਾ ਪ੍ਰਾਪਤ ਕਰਦੇ ਹਨ। ਕਾਰਨ ਅਲਪ ਸੁਖਨ ਕੇ ਸਾਧੂ, ਹੋਰ ਵੀ ਕਾਰਨ ਅਲਪ ਸੁਖਨ ਕੇ ਸਾਧੂ। ਹੋਰ ਕਈ ਇਨਸਾਨ ਨੂੰ ਨਿੱਕੇ ਨਿੱਕੇ ਸੁੱਖਾਂ ਪਿੱਛੇ ਬੰਦਾ ਆਪਣੀ ਜ਼ਿੰਦਗੀ ਨੂੰ ਤਬਾਹ ਕਰਦਾ। ਨਿੱਕਾ ਨਿੱਕਾ ਸੁੱਖਾਂ ਦੇ ਸਵਾਦ ਲੈਂਦਾ, ਫਿਰ ਸੁੱਖਾਂ ਦੇ ਆਹ ਮਿਲ ਗਿਆ, ਆਹ ਮਿਲ ਗਿਆ। ਇਵੇਂ ਦੀ ਮਨੁੱਖ ਦਾ ਜੀਵਨ ਬਣਦਾ ਹੈ। ਜਾਤ ਜਨਮ ਖੁਆਇ ਆਪਨ ਬਾਦੂ, ਜਿਹੜੇ ਬੰਦੇ ਨਿੱਕੇ ਨਿੱਕੇ ਸਵਾਦਾਂ ਦੇ ਵਿੱਚ ਗਵਾਚ ਜਾਂਦੇ ਆ, ਜਿਨ੍ਹਾਂ ਦਾ ਜੀਵਨ ਇਦਾਂ ਦਾ ਹੁੰਦਾ, ਤਾਂ ਉਹ ਆਪਣਾ ਜਿਹੜਾ ਜਨਮ ਹੈ ਨਾ ਉਹਨੂੰ ਅਜਾਈ ਜਾਂ ਬੇਅਰਥ ਗਵਾ ਲੈਂਦੇ ਹਨ। ਜਿਉ ਕੋ ਬਨਿਕ ਕਰਨ ਵਿਵਹਾਰੀ, ਜਿਸ ਤਰ੍ਹਾਂ ਦੇ ਨਾਲ ਕਈ ਬਾਣੀਏ ਲੋਕ ਹੁੰਦੇ ਆ, ਉਹਨਾਂ ਨੇ ਆਪਣਾ ਜਿਹੜਾ ਵਿਹਾਰ ਕਰਨਾ ਹੁੰਦਾ ਸਾਰਾ ਪੈਸੇ ਤੇ ਆਧਾਰਿਤ ਹੁੰਦਾ, ਵੀ ਲੈਣਾ ਕਿੱਥੋਂ ਕਿੰਨਾ, ਆਉਣਾ ਕਿੱਥੋਂ ਆ, ਪੈਸੇ ਦੇ ਜਰੀਏ ਕਿੰਨੇ ਨੇ।
ਉਹਨਾਂ ਦਾ ਗੱਲਾਂ ਬਾਤਾਂ ਦੇ ਵਿੱਚ ਵੀ ਹਰ ਵੇਲੇ ਉਹਨਾਂ ਨੇ ਪੈਸੇ ਦੀ ਗੱਲ ਕਰਨੀ ਹੁੰਦੀ ਹੈ, ਪੈਸਾ ਹੀ ਕਮਾਉਣਾ ਹੈ, ਪੈਸਾ ਹੀ ਜੋੜਨਾ, ਇਦਾਂ ਉਹਦਾ ਜੀਵਨ ਹੁੰਦਾ ਹੈ। ਲੈ ਪੂੰਜੀ ਪਰਦੇਸ ਸਿਦਾਰੇ, ਜਿੱਥੇ ਕਿਤੇ ਜਾਣਾ ਤਾਂ ਵੀ ਪੈਸਾ ਪੱਲੇ ਲੈ ਕੇ ਜਾਣਾ, ਅੱਗੋਂ ਲਿਆ ਪੈਸਾ ਹੀ ਕਮਾ ਕੇ ਲਿਆਉਣਾ ਉਹਨਾਂ ਨੇ। ਕਿਉ ਮਾਨੁਖ ਤਨ ਲੈ ਸਭ ਆਏ। ਕਹਿੰਦੇ ਇਸ ਤਰ੍ਹਾਂ ਜੇ ਆਪਾਂ ਰੱਬ ਦੀਆਂ ਦਿੱਤੀਆਂ ਦਾਤਾਂ ਦੀ ਗੱਲ ਕਰੀਏ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਵੀ ਪਰਮਾਤਮਾ ਨੇ ਜਿਹੜਾ ਸਾਨੂੰ ਸਰੀਰ ਦਿੱਤਾ, ਇਹ ਵੀ ਤੇ ਪੂੰਜੀ ਇਸ ਵਾਸਾਂ ਦੀ, ਇਹ ਵੀ ਤੇ ਰੱਬ ਦੀ ਵੱਡੀ ਦਾਤ ਹੈ। ਔਰ ਜਿਨ੍ਹਾਂ ਮਨੁੱਖਾਂ ਦੇ ਕੋਲ ਹੈ ਉਹ ਕਿੰਨਾ ਚੰਗਾ ਜੀਵਨ ਦਾ ਆਪਣਾ ਕਰਮ ਕਰ ਸਕਦੇ ਨੇ, ਜਿਹਦੇ ਪਿੱਛੇ ਮਾਇਆ ਵੀ ਸਭ ਚੀਜ਼ਾਂ ਆ ਜਾਂਦੀਆਂ। ਪਰ ਜਦੋਂ ਕਿਸੇ ਨੂੰ ਜੀਵਨ ਦੇ ਵਿੱਚ ਗਿਆਨ ਹੁੰਦਾ, ਉਹਦੇ ਕੋਈ ਇਹੋ ਜਿਹੀ ਪੂੰਜੀ ਆ ਵੀ ਉਹ ਫਿਰ ਬ੍ਰਹਮ ਲੋਕ ਤੱਕ ਚੱਲ ਜਾਂਦਾ ਹੈ। ਨਾਮ ਬਿਹਾਜਨ ਜੋ ਸੁਖਦਾਈ, ਜਿਨ੍ਹਾਂ ਵਿਅਕਤੀਆਂ ਨੇ ਆਪਣੇ ਜੀਵਨ ਦੇ ਵਿੱਚ ਨਾਮ ਨੂੰ ਬਿਹਾਜਿਆ ਹੈ, ਭਾਵ ਕਿ ਸੌਦਾ ਕੀਤਾ ਨਾਮ ਦਾ, ਉਹ ਸੁਖਦਾਈ ਹੋਏ ਹਨ। ਇਹ ਤਨ ਲੈ ਕਰ ਵਿਸ਼ਿਆਨ ਭੋਗਾ। ਗੁਰੂ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਸਰੀਰ ਕਈਆਂ ਨੇ ਲੈ ਕੇ ਪਰਮਾਤਮਾ ਕੋ ਦਾਤ ਵਜੋਂ ਤੇ ਵਿਸ਼ੇ ਕੀਤੇ ਨੇ, ਵਕਾਰ ਕੀਤੇ ਨੇ, ਭੋਗ ਵਿਲਾਸ ਕੀਤੇ ਹਨ। ਨਿਸ ਦਿਨ ਰਚੈ ਸੇ ਮੂਰਖ ਲੋਗਾ। ਨਿਸ ਦਿਨ ਹਰ ਰੋਜ਼ ਉਹ ਲੋਕ ਕਰਦੇ ਨੇ ਜਿਨ੍ਹਾਂ ਦੀ ਸਮਝ ਘੱਟ ਹੁੰਦੀ ਹੈ, ਉਹ ਭੋਗਾਂ ਦੇ ਵਿੱਚ ਡੁੱਬੇ ਰਹਿੰਦੇ ਨੇ, ਉਹਨਾਂ ਦੀਆਂ ਮਨ ਬਿਰਤੀਆਂ ਐਵੇਂ ਦੀਆਂ ਬਣਦੀਆਂ ਹਨ। ਲਾਭ ਨ ਲਿਓ ਸੋ ਪੂੰਜੀ ਖੋਈ। ਉਹਨਾਂ ਨੂੰ ਸਰੀਰ ਭਾਵੇਂ ਇਨਸਾਨ ਦਾ ਮਿਲ ਗਿਆ, ਪਰ ਉਹਨਾਂ ਨੇ ਉਹਦਾ ਫਾਇਦਾ ਨਹੀਂ ਲਿਆ, ਲਾਭ ਨਹੀਂ ਉਠਾਇਆ। ਉਹਨਾਂ ਦੀ ਜਿਹੜੀ ਸਵਾਸਾਂ ਦੇ ਜਿਹੜਾ ਧਨ ਸੀ ਨਾ, ਪੂੰਜੀ, ਉਹ ਉਹਨਾਂ ਨੇ ਏਦਾਂ ਹੀ ਗਵਾ ਦਿੱਤੀ। ਗਮਨੇ ਅੰਤ ਝਾਰ ਕਰ ਦੋਈ। ਜਦੋਂ ਦੁਨੀਆ ਤੋਂ ਗਏ ਉਹਨਾਂ ਦੀਆਂ ਤਸਦੀਕਾਂ ਵੀ ਨਹੀਂ ਹੋਈਆਂ, ਉਹ ਏਦਾਂ ਹੀ ਖਾਲੀ ਹੱਥ ਦੁਨੀਆ ਤੇ ਰੁਖਸਤ ਹੋਏ। ਪਾਏ ਨਰਕ ਹੋਏ ਕਾਸ਼ਟ ਅਪਾਰੇ। ਇਸ ਤਰ੍ਹਾਂ ਨਾਲ ਉਹਨਾਂ ਨੇ ਨਰਕ ਦੇ ਵਿੱਚ ਜਾ ਪਏ। ਜੀਵਨ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਕਸ਼ਟ ਸੀ ਉਹ ਸਹਾਰੇ। ਬਹੁਰੋ ਤ੍ਰਿਗਦ ਜੋਨ ਜਗ ਧਾਰੇ। ਫਿਰ ਉਹਨਾਂ ਨੇ ਕਈ ਉਹੋ ਜਿਹੀਆਂ ਜੋਨੀਆਂ ਮਿਲੀਆਂ ਜਿਹੜੀਆਂ ਟੇਢੀਆਂ ਜੋਨਾਂ ਸੀ, ਜਿਨ੍ਹਾਂ ਦਾ ਇੱਕ ਫਾਸਲਾ ਹੀ ਬੜਾ ਸੀ। ਅੱਜ ਇਹੋ ਜਿਹੀਆਂ ਜੋਨਾਂ ਦੇ ਵਿੱਚ ਹੈ ਵੀ ਜੇ ਬੰਦੇ ਦੀ ਅਮੀਰੀ ਗਰੀਬੀ ਦੇਖੀ ਜਾਏ ਤਾਂ ਅਮੀਰ ਬੰਦਾ ਕਹਿੰਦਾ ਵੀ ਮੈਂ ਗਰੀਬ ਤੋਂ ਬੜਾ ਅੱਗੇ ਚਲਿਆ ਗਿਆ, ਧਨਵੰਤ ਹੈ, ਇੱਕ ਨਿਰਤਾ ਨਹੀਂ ਹੈ। ਪਰ ਜਿਹੜਾ ਅਜੇ ਜੋਨਾਂ ਦੇ ਫਾਸਲੇ 'ਚ ਖੜਾ ਹੈ, ਜਿਹੜਾ ਅਜੇ ਬੰਦਾ ਹੀ ਨਹੀਂ ਬਣਿਆ ਹੈ, ਅਜੇ ਕੀੜਿਆਂ ਮਕੌੜਿਆਂ 'ਚ ਘੁੰਮ ਰਿਹਾ, ਉਹ ਫਾਸਲਾ ਕਿੰਨੀ ਦੂਰੀ ਤੇ ਖੜਾ ਹੈ। ਕਦੋਂ ਅਜੇ ਮਨੁੱਖ ਦੀ ਵਾਰੀ ਆਏਗੀ ਜਾਂ ਕਿਸੇ ਕਤਾਰ 'ਚ ਖੜੇ ਹੋਈਏ ਤੇ ਕਹਿੰਦੇ ਕਿੰਨਾ ਟਾਈਮ ਲੱਗੇਗਾ। ਉਸ ਤਰ੍ਹਾਂ ਨਾਲ ਜਿਹੜੇ ਹੋਰ ਨਾ ਜੋਨੀਆਂ 'ਚ ਪੈ ਗਏ, ਇੱਕ ਇਸ ਰੀਤ ਗਏ ਜਗ ਹੂੰ ਤੇ। ਕਹਿੰਦੇ ਉਹ ਏਦਾਂ ਹੀ ਚਲੇ ਗਏ, ਉਹਨਾਂ ਨੂੰ ਕਈ ਜੋਨੀਆਂ ਐਵੇਂ ਹੀ ਕੱਟਣੀਆਂ ਪੈ ਗਈਆਂ। ਇੱਕ ਨਿਜ ਪੂੰਜੀ ਰਾਖ ਪਹੁਤੇ। ਇੱਕ ਇਸ ਤਰ੍ਹਾਂ ਨੇ ਉਹਨਾਂ ਨੇ ਆਪਣੇ ਜੀਵਨ ਦੀ ਪੂੰਜੀ ਨੂੰ, ਆਰਾਸ ਨੂੰ ਰੱਖਿਆ ਹੈ ਤੇ ਫਿਰ ਉਹ ਪਰਮਾਤਮਾ ਦੇ ਦਰ ਦੇ ਉੱਤੇ ਪਹੁੰਚੇ ਹਨ। ਮਾਨੁਖ ਤਨ ਤਰ ਪੁੰਨ ਵਿਸਾਲਾ। ਜਿਨ੍ਹਾਂ ਨੇ ਮਨੁੱਖਾ ਤਨ ਧਾਰਨ ਕੀਤਾ, ਜਿਨ੍ਹਾਂ ਨੂੰ ਇਹ ਦੇਹ ਪ੍ਰਾਪਤ ਹੋਈ ਹੈ, ਫਿਰ ਉਹਨਾਂ ਨੇ ਦੇਹ ਲੈਣ ਤੋਂ ਬਾਅਦ ਜੀਵਨ ਵਿੱਚ ਨੇਕ ਕਰਨੀਆਂ ਕੀਤੀਆਂ, ਪੁੰਨ ਕਰਮ ਕੀਤੇ ਨੇ ਤੇ ਕੀਤੇ ਵੀ ਬਹੁਤ ਨੇ। ਕਰਤ ਰਹੇ ਤਾਪ ਮੈਂ ਤਨ ਘਾਲਾ। ਉਹਨਾਂ ਨੇ ਤਪ ਕੀਤਾ ਹੈ, ਬੜੀਆਂ ਬੜੀਆਂ ਕਠਨ ਘਾਲਣਾ ਘਾਲੀਆਂ ਹਨ। ਸੇ ਸਵਰਗ ਸੁਖ ਭੋਗਹਿ ਜਾਈ। ਉਹਨਾਂ ਨੇ ਫਿਰ ਆਪਣੇ ਜੀਵਨ ਦੇ ਵਿੱਚ ਸਵਰਗ ਦੇ ਸੁੱਖ ਮਾਣੇ ਨੇ, ਉੱਥੇ ਉਹ ਸੁੱਖਾਂ ਨੂੰ ਭੋਗਿਆ ਹੈ। ਪੁਨ ਜਗ ਮਾਨੁਖ ਦੇਹੀ ਪਾਈ। ਫਿਰ ਉਹਨਾਂ ਨੇ ਜਗਤ ਦੇ ਵਿੱਚ ਉਹਨਾਂ ਨੇ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਉਹਨਾਂ ਦੇ ਵਾਸਤੇ ਇੱਕ ਬੜੀ ਵੱਡੀ ਦਾਤ ਹੈ। ਇਸ ਕਰਕੇ ਇੱਕ ਸ਼ਾਸਤਰਕਾਰ ਨੇ ਗੱਲ ਲਿਖੀ ਹੈ, ਸੰਤ ਗੁਰੂ ਜਨਨੀ ਸਵਤਾ ਪਗ ਸੀਸ ਨਿਰੰਤਰ ਜੋ ਨਵਾਵੈ। ਇਹਦਾ ਭਾਵ ਥੋੜਾ ਤਾਂ ਬਿਆਨ ਕਰਨਾ ਵੀ ਜਿਹੜੇ ਮਨੁੱਖਾ ਜਨਮ ਧਾਰ ਕੇ ਗੁਰੂ ਕੇ ਲੜ ਲੱਗ ਜਾਂਦੇ ਨੇ ਜਾਂ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੁੰਦੇ ਨੇ,
ਜਾਂ ਉਹ ਸੰਗਤ ਦੀ ਸੇਵਾ ਕਰ ਲੈਂਦੇ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਨੁੱਖਾ ਤਨ ਦੀ ਕਲਿਆਣ ਵਾਲੀਆਂ ਨੇ। ਸੰਗਤ ਦੀ ਸੇਵਾ ਕਰ ਲਈ, ਮਾਂ ਪਿਓ ਦੀ ਸੇਵਾ ਕਰ ਲਈ, ਗੁਰੂ ਕੇ ਸਨਮੁਖ ਆਗਿਆਕਾਰੀ ਹੋ ਕੇ ਰਹੇ। ਲਾਭ ਨਹੀਂ ਪਰ ਪੂੰਜੀ ਰਾਖੀ। ਉਹਨਾਂ ਨੇ ਚਲੋ ਇਵੇਂ ਹੁੰਦਾ ਵੀ ਆਪਣੇ ਜੀਵਨ ਦੇ ਵਿੱਚ ਪੂੰਜੀ ਨੂੰ ਸਾਬਤ ਰੱਖਿਆ। ਇਹਨਾਂ ਜੀਵਨ ਨੂੰ, ਆਪਣੀ ਪੂੰਜੀ ਨੂੰ ਸਾਬਤ ਰੱਖਿਆ ਵੀ ਪੁੰਨ ਆਤਮਾ ਹੀ ਰਹੇ ਨੇ। ਉਹਨਾਂ ਦੇ ਲੇਖੇ ਦੇ ਵਿੱਚ ਕੋਈ ਏਦਾਂ ਰਿਣੀ ਨਹੀਂ ਰਹੇ। ਪੁੰਤਮ ਮੇ ਜੇ ਤਪ ਅਬਲਾਖੀ। ਜਿਹੜੇ ਪੁੰਨ ਆਤਮਾ ਨੇ ਜਾਂ ਜਿਨ੍ਹਾਂ ਦੇ ਅੰਦਰ ਤਪ ਦੀ ਇੱਛਾ ਹੈ, ਅਬਲਾਖਾ ਹੈ। ਜਿਨ ਲੀਏ ਲਾਭ ਸੋ ਸੁਨੋ ਕਹਾਣੀ। ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਲਾਭ ਪ੍ਰਾਪਤ ਕੀਤਾ ਹੈ ਉਹਨਾਂ ਦੀ ਥੋੜੀ ਵਾਰਤਾ ਸੁਣੋ, ਉਹਨਾਂ ਦੀ ਕਹਾਣੀ ਸੁਣੋ। ਸਿਮਰੇ ਨਾਮ ਕਰਮ ਮਨ ਮਾਨੀ। ਉਹਨਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਕਰਮ ਕਰਕੇ, ਮਨ ਕਰਕੇ, ਬਾਣੀ ਕਰਕੇ। ਇਹ ਥੋੜੀ ਭਿੰਨਤਾ ਰੱਖਦੇ ਨੇ। ਮਨ ਕਰਕੇ ਹੁੰਦਾ ਉਹਦੀ ਮਾਲਕ ਦੀ ਇਬਾਦਤ ਕੀਤੀ ਆ, ਬੋਲ ਕੇ ਕੀਤੀ ਆ ਤਾਂ ਤੁਸੀਂ ਦੂਜੇ ਨੇ ਵੀ ਸੁਣੀ ਆ, ਉਹ ਜਗ੍ਹਾ ਦੇ ਉੱਤੇ ਉਹਦੀ ਰੂਹਾਨੀਅਤ ਪ੍ਰਗਟ ਆ। ਜੇ ਕਰਮ ਕਰਕੇ ਕੀਤੀ ਆ ਤਾਂ ਇੱਕ ਨੇਕ ਕਰਨੀ ਕੀਤੀ ਆ, ਉਹਦਾ ਕਈਆਂ ਨੂੰ ਭਲਾ ਹੋਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਤੁਸੀਂ ਲੜੀਵਾਰ ਕਥਾ ਗੁਰ ਇਤਿਹਾਸ ਸ੍ਰੀ ਨਾਨਕ ਪ੍ਰਕਾਸ਼ ਦੇ ਨਾਲ ਜੁੜੇ ਹੋ, ਉੱਥੇ ਸਿੱਖ ਇਤਿਹਾਸ ਦੇ ਵਿੱਚ ਇੱਕ ਅਹਿਮ ਜਿਹੜਾ ਸਿੱਖ ਇਤਿਹਾਸਕ ਦਿਹਾੜਾ ਹੈ ਉਸ ਦਾ ਨਾਮ ਹੈ ਖਾਲਸਾ ਸਾਜਨਾ ਦਿਵਸ। ਖਾਸ ਕਰਕੇ ਜਿੰਨੇ ਵੀ ਦੁਨੀਆ ਦੇ ਵਿੱਚ ਧਰਮ ਹੋਂਦ ਦੇ ਵਿੱਚ ਆਏ ਨੇ, ਸਭ ਤੋਂ ਨਵੀਨ, ਸਭ ਤੋਂ ਜਿਹੜਾ ਹੈ ਵਿਲੱਖਣ ਬਾਣੀ ਤੇ ਬਾਣੇ ਦਾ ਧਾਰਨੀ, ਉਹ ਖਾਲਸਾ ਪੰਥ ਦੀ ਸਾਜਨਾ ਹੈ, ਜੋ ਖਾਸ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਖਾਲਸੇ ਦੀ ਸਾਜਨਾ ਕੀਤੀ ਗਈ। ਜਿਸ ਵੇਲੇ ਥੋੜ੍ਹਾ ਜਿਹਾ ਇਹਦਾ ਪਿਛੋਕੜ ਇਵੇਂ ਆ, ਗੁਰੂ ਮਹਾਰਾਜ ਦੇ ਜੀਵਨ ਦੇ ਵਿੱਚੋਂ ਤੁਸੀਂ ਜਦੋਂ ਪੜ੍ਹਨੇ ਹੋ, ਉਹਦੇ ਤੋਂ ਪਹਿਲਾਂ ਗੁਰੂ ਜੀ ਨੇ ਦੋ ਵੱਡੀਆਂ ਜਿਹੜੀਆਂ ਜੰਗਾਂ ਸੀ, ਭਗਾਣੀ ਦੀ ਤੇ ਨਦੌਣ ਦੀ, ਜਿਹੜੀਆਂ ਕੀਤੀਆਂ। ਇੱਕ ਜੰਗ ਜਿਹੜੀ ਸੀ ਪਹਾੜੀ ਰਾਜਿਆਂ ਦੇ ਨਾਲ ਸਿੱਧੇ ਤੌਰ ਤੇ ਸੀ। ਨਦੌਣ ਦੀ ਜੰਗ ਜਿਹੜੀ ਸੀ ਦਿੱਲੀ ਦੀ ਸਰਕਾਰ ਨਾਲ ਸੀ। ਥੋੜ੍ਹਾ ਜਿਹਾ ਇਹਦਾ ਅਨੁਵਾਦ ਇਵੇਂ ਵੀ ਆ, ਜਿਨ੍ਹਾਂ ਨੇ ਨਦੌਣ ਦਾ ਜੰਗ ਪੜ੍ਹਿਆ, ਇਹ ਐਵੇਂ ਦੀ ਜੰਗ ਸੀ ਜਿਹਦੇ ਵਿੱਚ ਜਿਹੜਾ ਅਲਫ ਖਾਂ ਤੇ ਪੈਂਡੇ ਖਾਂ ਵਰਗੇ ਦੋ ਬੰਦੇ ਜਿਹੜੇ ਤੁਰਕਾਨੀ ਜਰਨੈਲ ਸੀ, ਉਹ ਆਪਣਾ ਨਗਾਰਾ ਵੀ ਛੱਡ ਕੇ ਮੈਦਾਨ 'ਚ ਭੱਜ ਗਏ ਸੀ। ਆਪਣਾ ਨਗਾਰਾ ਵੀ ਛੱਡ ਕੇ ਭੱਜ ਗਏ। ਇੱਕ ਬੰਦਾ ਰਹਿ ਗਿਆ ਸੀ ਨਗਾਰਾ ਵਜਾਉਂਦਾ, ਪਿੱਛੇ ਦੀ ਪਿੱਛੇ ਭੱਜ ਗਏ, ਜਾਨ ਬਚਾਈ ਉਹਨਾਂ ਨੇ। ਇਹਨਾਂ ਦਿਨਾਂ ਦੇ ਵਿੱਚ ਦਸ਼ਮੇਸ਼ ਪਿਤਾ ਕਲਗੀਧਰ ਸਾਹਿਬ ਜੀ ਦਾ ਜਸ ਜਿਹੜਾ ਸੀ ਸਭ ਪਾਸੇ ਵੱਧ ਗਿਆ ਕਿ ਪਹਾੜੀ ਰਾਜੇ ਤੇ ਸੀ, ਪਰ ਦਿੱਲੀ ਦਾ ਕੋਈ ਕਹਿੰਦਾ ਕੌਂਦਾ ਜਿਹੜਾ ਆਪਣੇ ਆਪ ਨੂੰ ਜਰਨੈਲ ਸਮਝਦਾ, ਉਹ ਮਹਾਰਾਜ ਦੇ ਨਾਲ ਆਡਾ ਨਹੀਂ ਸੀ ਲੈ ਸਕਦਾ। ਦਿੱਲੀ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦਾ ਜਿਹੜਾ ਧਿਆਨ ਸੀ ਉਹ ਹੀ ਹਜ਼ੂਰ ਦੇ ਉੱਤੇ ਆਇਆ। ਇੱਧਰ ਗੁਰੂ ਮਹਾਰਾਜ ਜੀ ਨੇ, ਜਿਨ੍ਹਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ ਨੇ, ਥੋੜ੍ਹਾ ਜਿਹਾ ਉਹਨਾਂ ਦੇ ਗਿਆਤ ਹਿੱਤ, ਮਹਾਰਾਜ ਜੀ ਜਿੱਥੇ ਆਪਣੇ ਸਿੱਖਾਂ ਨੂੰ ਸੰਗਠਿਤ ਕਰ ਰਹੇ ਸੀ, ਉੱਥੇ ਉਹਨਾਂ ਨੇ ਬਾਹਰੀ ਤਾਕਤਾਂ ਦੇ ਹੁੰਦੇ ਹੋਏ ਹਮਲੇ ਨੂੰ ਮੁੱਖ ਰੱਖਦਿਆਂ ਹੋਇਆਂ 5 ਕਿਲ੍ਹੇ ਬਣਾਏ। ਉਹ 5 ਕਿਲ੍ਹੇ ਜਿਹੜੇ ਸੀ ਉਹ ਵੱਖ-ਵੱਖ ਅਹਿਮੀਅਤ ਰੱਖਦੇ ਨੇ। ਇੱਕ ਕਿਲ੍ਹਾ ਜਿਹੜਾ ਸੀ ਮਹਾਰਾਜ ਨੇ ਫਤਿਹਗੜ੍ਹ, ਤਾਰਾਗੜ੍ਹ, ਲੋਹਗੜ੍ਹ, ਹੋਲਗੜ੍ਹ ਤੇ ਆਨੰਦਗੜ੍ਹ,
ਇਹਦੇ ਵਿੱਚ ਜਿਹੜਾ ਕੇਸਗੜ੍ਹ ਸਾਹਿਬ ਹੈ, ਇਹ ਕਿਲੇ ਦਾ ਰੂਪ ਨਹੀਂ ਹੈ, ਪਰ ਇਹ ਉਹ ਸਥਾਨ ਸੀ ਜਿੱਥੇ ਦਸ਼ਮੇਸ਼ ਪਿਤਾ ਮਹਾਰਾਜ ਜੀ ਦਾ ਆਪਦਾ ਘਰ ਸੀ। ਥੱਲੇ ਹੇਠਾਂ ਨਿਮਾਣ ਦੇ ਵਿੱਚ ਆਨੰਦਪੁਰ ਸਾਹਿਬ ਵਿਖੇ। ਪਰ ਜਿਸ ਵੇਲੇ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਇਹ ਲੋੜ ਦਾ ਅਤ ਮਹੱਤਵ ਸਮਝਿਆ ਕਿ ਜਿਹੜੇ ਲੋਕ ਵਰਨ ਵੰਡ ਦੇ ਵਿੱਚ ਮੌਕਾ ਦੀ ਜਿਹੜੀ ਸਰਕਾਰ ਹੈ ਉਹਦੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਨੇ, ਉਹਨਾਂ ਦੇ ਅੰਦਰ ਤਾਕਤ ਭਰਨੀ ਪਏਗੀ, ਉਹਨਾਂ ਦੇ ਅੰਦਰ ਰੂਹ ਫੂਕਣੀ ਪਏਗੀ। ਗੁਰੂ ਮਹਾਰਾਜ ਜੀ ਨੇ ਉਸ ਸਮੇਂ ਆਪਣੇ ਜਿਹੜੇ ਪ੍ਰਚਾਰਕ ਸ਼੍ਰੇਣੀ ਸੀ, ਅੱਜ ਵੀ ਪ੍ਰਚਾਰਕ ਸ਼੍ਰੇਣੀ ਸਾਡੇ ਸਿੱਖ ਇਤਿਹਾਸ ਦਾ ਪ੍ਰਚਾਰ ਦਾ ਮੁੱਖ ਸਾਧਨ, ਉਹਨਾਂ ਦੇ ਰਾਹੀਂ ਵੱਖ-ਵੱਖ ਕੋਨਿਆਂ ਦੇ ਵਿੱਚ ਦੇਸ਼ ਭਰ ਦੇ ਵਿੱਚ ਪੱਤਰਕਾਂ ਲਿਖੀਆਂ ਕਿ ਸਾਰੇ ਖਾਸ ਕਰਕੇ ਵਿਸਾਖੀ ਦੇ ਦਿਹਾੜੇ 'ਤੇ ਜਿਹੜਾ ਕਿ ਕੱਲ੍ਹ ਆ ਰਿਹਾ, ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣ, ਕੋਈ ਵਿਸ਼ੇਸ਼ ਵਿਚਾਰ ਹੋਣੀ ਹੈ। ਜਿੱਥੇ ਜਿੱਥੇ ਤੱਕ ਖਬਰਾਂ ਪਹੁੰਚੀਆਂ, ਗੁਰੂ ਕੇ ਸ਼ਰਧਾਲੂ ਰਹਿੰਦੇ ਸੀ, ਸਾਰਿਆਂ ਨੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾਏ ਔਰ ਇਹ ਗੱਲ 'ਤੇ ਪ੍ਰਭਾਵਿਤ ਹੋ ਚੁੱਕੇ ਸੀ ਪਹਿਲਾਂ ਹੀ, ਉਦੋਂ ਤੋਂ ਹੀ, ਕਿ ਤੁਸੀਂ ਇਤਿਹਾਸ ਦੀ ਇਹ ਪਹਿਚਾਣ ਕਦੇ ਨਹੀਂ ਭੁੱਲ ਸਕਦੇ ਕਿ ਉਦੋਂ ਤੋਂ ਹੀ ਜਦੋਂ ਕਿ ਕਸ਼ਮੀਰੀ ਪੰਡਤਾਂ ਨੇ ਆ ਕੇ ਬੇਨਤੀ ਕੀਤੀ ਸੀ ਅਤੇ ਸਾਰੇ ਭਾਰਤ ਦੇ ਵਿੱਚ ਉਹਨਾਂ ਨੂੰ ਇੱਕੇ ਜਗ੍ਹਾ, ਇੱਕੇ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਨਾਵੇਂ ਹਜ਼ੂਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਿਲੇ ਸੀ ਵੀ ਇਹ ਉਹ ਗੱਦੀ ਆ ਜਿਹੜੀ ਮੌਕਾ ਦੀ ਸਰਕਾਰ ਦੇ ਸਾਹਮਣੇ ਖੜ ਸਕਦੀ ਆ। ਮਹਾਰਾਜ ਜੀ ਦੇ ਇਸ ਵਿਲੱਖਣ ਕਾਰਜ ਨੂੰ ਵੇਖਣ ਵਾਸਤੇ ਉਤਸੁਕ ਹੋ ਕੇ ਵੱਖ-ਵੱਖ ਸਥਾਨਾਂ 'ਤੇ ਸਾਰੀਆਂ ਸੰਗਤਾਂ ਪਹੁੰਚੀਆਂ। ਹਜ਼ੂਰ ਮਹਾਰਾਜ ਜੀ ਨੇ ਸਭ ਤੋਂ ਉੱਚੀ ਜਿਹੜੀ ਪਹਾੜੀ ਸੀ ਉੱਥੇ ਮਹਾਰਾਜ ਜੀ ਨੇ ਦੀਵਾਨ ਦੀ ਤਿਆਰੀ ਕਰਵਾਈ। ਅੰਮ੍ਰਿਤ ਵੇਲੇ ਨੇਮ ਦੇ ਮੁਤਾਬਕ, ਗੁਰੂ ਘਰ ਦੀ ਮਰਜ਼ਾਦਾ ਮੁਤਾਬਕ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ। ਦੂਰ ਦਰਾਜ ਤੇ ਸੰਗਤਾਂ ਵੀ ਪਹੁੰਚੀਆਂ ਸੀ, ਗੁਰੂ ਕੇ ਹਥਿਆਰਬੰਦ ਸਿੱਖ ਵੀ ਸਾਰੇ ਸੀ। ਔਰ ਜਿਸ ਵੇਲੇ ਸਾਹਿਬ ਮਹਾਰਾਜ ਜੀ ਸਭ ਤਿਆਰੀ ਹੋ ਚੁੱਕੀ ਸੀ, ਸੰਗਤਾਂ ਸਤਿਗੁਰੂ ਜੀ ਦਾ ਉਪਦੇਸ਼ ਸੰਦੇਸ਼ ਸੁਣਨ ਵਾਸਤੇ ਤਿਆਰ ਸਨ। ਉਸ ਵੇਲੇ ਦਸ਼ਮੇਸ਼ ਪਿਤਾ ਮਹਾਰਾਜ ਜੀ ਆਪਣੇ ਸ਼ਮਿਆਨੇ 'ਤੇ ਬਾਹਰ ਆਏ। ਉਹਨਾਂ ਨੇ ਸਿੱਖ ਸੰਗਤਾਂ ਦੇ ਵਿੱਚ ਸੰਬੋਧਿਤ ਹੋ ਕੇ ਵਚਨ ਕਿਹਾ ਸੀ ਕਿ ਸਿੱਖੀ ਨੇ ਬੜੀਆਂ ਬੜੀਆਂ ਵੱਡੀਆਂ ਪਲਾਂਘਾਂ ਪੁੱਟੀਆਂ, ਪਰ ਹਰ ਇੱਕ ਚੀਜ਼ ਜਿਹੜੀ ਆ ਜਿੰਨਾ ਚਿਰ ਤੱਕ ਉਹ ਕਸੌਟੀ ਦੇ ਵਿੱਚੋਂ ਨਹੀਂ ਨਿਕਲਦੀ, ਉਹਦੀ ਚਮਕ ਨਹੀਂ ਬਣਦੀ। ਇਸ ਵਾਸਤੇ ਅੱਜ ਜਿਹੜੀ ਸਿੱਖੀ ਦੌਰ ਦੇ ਵਿੱਚੋਂ ਹੈ, ਅਸੀਂ ਉਹਦੇ ਵਿੱਚ ਆਪਣੀ ਸਿੱਖ ਸੰਗਤ ਨੂੰ ਇੱਕ ਨਵਾਂ ਜਿਹੜਾ ਹੈ ਕਾਰਜ ਸੌਂਪਣੇ ਆ ਵੀ ਸਾਡੀ ਜਿਹੜੀ ਤਲਵਾਰ ਉਹਨਾਂ ਨੇ ਆਪਣੇ ਮਿਆਨ ਦੇ ਵਿੱਚੋਂ ਕੱਢੀ। ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੇ ਪੈਗੰਬਰ ਜਿਨ੍ਹਾਂ ਨੇ ਆਪਣੀ ਸੰਗਤ ਦੇ ਵਿੱਚ ਇਹ ਤਲਵਾਰ ਇਵੇਂ ਨਗਨ ਕਰਕੇ ਕਿਹਾ ਕਿ ਉਹਨਾਂ ਨੂੰ ਸੰਗਤ ਦੇ ਵਿੱਚੋਂ ਆਪਣੇ ਕਿਸੇ ਸਿੱਖ ਦੇ ਸਿਰ ਦੀ ਜਿਹੜੀ ਲੋੜ ਹੈ, ਕੋਈ ਪਿਆਰਾ ਉੱਠੇ ਜੋ ਸਾਨੂੰ ਆਪਣਾ ਸੀਸ ਭੇਟ ਕਰ ਸਕਦਾ ਹੋਵੇ। ਸਭਾ ਦੇ ਵਿੱਚ ਸਨਾਟਾ ਛਾ ਗਿਆ। ਦੁਨੀਆ ਦੇ ਇਤਿਹਾਸ ਵਿੱਚ ਇਹੋ ਜਿਹੀ ਮਿਸਾਲ ਕਿਤੇ ਨਹੀਂ ਮਿਲਦੀ। ਕਿਸੇ ਗੁਰਦੇਵ ਨੇ ਆਪਣੇ ਸਿੱਖ ਦੇ ਕੋਲੋਂ ਇਹੋ ਜਿਹੀ ਕਸੌਟੀ, ਐਡੀ ਵੱਡੀ ਪਰਖ ਕੀਤੀ ਹੋਵੇ। ਮਹਾਰਾਜ ਜੀ ਨੇ ਜਦੋਂ ਸਿਰ ਦੀ ਮੰਗ ਕੀਤੀ ਤਾਂ ਸੰਗਤ ਦੇ ਵਿੱਚੋਂ ਥੋੜ੍ਹੀ ਜਿਹੀ ਹਲਚਲ ਹੋਈ। ਲਾਹੌਰ ਤੋਂ ਰਹਿਣ ਵਾਲੇ ਭਾਈ ਦਇਆ ਰਾਮ ਜੀ ਉੱਠ ਕੇ ਗੁਰੂ ਜੀ ਦੇ ਸਨਮੁਖ ਆ ਕੇ ਆਪਣਾ ਸੀਸ ਭੇਟ ਕੀਤਾ। ਮਹਾਰਾਜ ਦੇ ਪਾਸ ਕਹਿਣ ਲੱਗੇ, ਸਤਿਗੁਰੂ ਜੀ ਮੇਰਾ ਸੀਸ ਆਪ ਜੀ ਦੇ ਹਾਜ਼ਰ ਹੈ। ਸਾਹਿਬ ਜੀ ਮਹਾਰਾਜ ਉਹਨਾਂ ਨੂੰ ਪਕੜ ਕੇ ਤੰਬੂ 'ਚ ਲੈ ਗਏ। ਗੁਰਦੇਵ ਜੀ ਨੇ ਨਾਮ ਪੁੱਛਿਆ, ਉਹਨਾਂ ਨੇ ਦੱਸਿਆ ਦਇਆ ਰਾਮ ਸ਼ਹਿਰ ਕਿਹੜਾ? ਉਹਨਾਂ ਲਾਹੌਰ ਦੱਸਿਆ। ਗੁਰੂ ਜੀ ਪ੍ਰਸੰਨ ਸੀ ਵੀ ਲਾਹੌਰ ਇੱਕ ਬੜਾ ਵੱਡਾ ਤੁਰਕਾਂ ਦਾ ਅੱਡਾ ਸੀ, ਉੱਥੋਂ ਵੀ ਸਿੱਖੀ ਇੱਦਾਂ ਸਿਰ ਦੇਣ ਵਾਸਤੇ ਆਈ। ਜਦੋਂ ਮਹਾਰਾਜ ਜੀ ਦੀ ਤਲਵਾਰ ਚੱਲੀ, ਖੂਨ ਨਾਲ ਲੱਥਪੱਥ ਸੀ, ਤਾਂ ਉੱਥੇ ਸਾਹਿਬ ਮਹਾਰਾਜ ਜੀ ਨੇ ਫਿਰ ਬਾਹਰ ਆ ਕੇ ਤੰਬੂ 'ਤੇ ਦੂਜੇ ਸਿਰ ਦੀ ਮੰਗ ਕੀਤੀ
ਇਸੇ ਤਰ੍ਹਾਂ ਨਾਲ ਸੰਗਤ ਦੇ ਵਿੱਚੋਂ ਫਿਰ ਹਲਚਲ ਹੋਈ। ਹਸਤਨਾਪੁਰ ਵਾਸੀ ਧਰਮਦਾਸ ਜੀ ਜਿਹੜੇ ਸੀ ਉੱਠੇ, ਸਤਿਗੁਰੂ ਜੀ ਨੂੰ ਸੀਸ ਭੇਟ ਕੀਤਾ। ਉਹਨਾਂ ਨੇ ਵੀ ਉਸੇ ਕਿਰਿਆ ਦੇ ਅੰਤਰਗਤ ਸਤਿਗੁਰੂ ਤੰਬੂ ਜੀ ਦੇ ਵਿੱਚ ਲੈ ਕੇ ਤਲਵਾਰ ਚੱਲੀ, ਖੂਨ ਨਾਲ ਲੱਥਪੱਥ ਹੋਏ ਬਾਹਰ ਆਏ। ਮਹਾਰਾਜ ਜੀ ਨੇ ਲੜੀਵਾਰ 5 ਸੀਸਾਂ ਦੀ ਜਿਹੜੀ ਸੀ ਮੰਗ ਕੀਤੀ। ਇਸੇ ਤਰ੍ਹਾਂ ਹੀ ਲੜੀਵਾਰ ਗੁਰੂ ਕੀਆਂ ਸੰਗਤਾਂ ਦੇ ਵਿੱਚੋਂ ਭਾਈ ਹਿੰਮਤ ਰਾਏ ਜੀ, ਭਾਈ ਮੋਕਮ ਚੰਦ ਜੀ, ਭਾਈ ਸਾਹਿਬ ਚੰਦ ਜੀ ਆਪੋ ਆਪਣੇ ਸੀਸ ਸਤਿਗੁਰੂ ਜੀ ਨੂੰ ਭੇਟ ਕੀਤੇ। ਸਤਲੁਜ ਦਰਿਆ ਦੇ ਵਿੱਚੋਂ ਗੁਰੂ ਮਹਾਰਾਜ ਜੀ ਨੇ ਜਲ ਮੰਗਵਾ ਕੇ ਖੰਡੇ ਬਾਟੇ ਦੀ ਪਹੁਲ ਜਦੋਂ ਤਿਆਰ ਕਰਨ ਲੱਗੇ, ਉਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਉਹਨਾਂ ਨੇ ਆਪਣੇ ਸਿੱਖਾਂ ਦੀ ਪਰਖ ਕੀਤੀ, ਉੱਥੇ ਉਹਨਾਂ ਨੂੰ ਬਾਣੀ ਨਾਲ ਜਪਜੀ ਬਾਣੀ ਦਾ ਪਾਠ ਜਿਹੜਾ ਸੀ ਹਜ਼ੂਰ ਸੱਚੇ ਪਾਤਸ਼ਾਹ ਜੀ ਆਰੰਭ ਕੀਤਾ। ਜਾਪ ਸਾਹਿਬ ਦੀ ਬਾਣੀ ਪੜ੍ਹੀ, ਤਪ ਪ੍ਰਸਾਦ ਸਵਈਏ ਪਾਤਸ਼ਾਹੀ 10ਵੀਂ ਜਿਹੜੀ ਸੀ ਪੜ੍ਹੀ। ਚੌਪਾਈ ਸਾਹਿਬ ਤੇ ਆਨੰਦ ਸਾਹਿਬ ਜੀ ਦੀਆਂ 5 ਬਾਣੀਆਂ ਦੇ ਸੰਪੂਰਨ ਤੋਂ ਬਾਅਦ ਮਹਾਰਾਜ ਜੀ ਉਹਨਾਂ ਨੇ 5 ਸਿੱਖਾਂ ਨੂੰ, ਜਿਨ੍ਹਾਂ ਨੇ ਗੁਰਦੇਵ ਜੀ ਨੂੰ ਸੀਸ ਭੇਟ ਕੀਤੇ ਸੀ, ਉਹਨਾਂ ਨੂੰ ਸਰਾਜਤ ਕੀਤਾ। ਸੰਗਤ ਦੇ ਸਾਹਮਣੇ ਮਹਾਰਾਜ ਨੇ ਪੇਸ਼ ਕਰਕੇ ਉਹਨਾਂ ਨਾਲ ਜਦੋਂ ਅੰਮ੍ਰਿਤ ਦੀ ਦਾਤ ਦੇਣ ਲੱਗੇ, ਸਾਹਿਬ ਮਹਾਰਾਜ ਜੀ ਨੇ ਉਹਨਾਂ ਤੇ ਪਹਿਲਾਂ ਦੱਸਿਆ, ਭਾਈ ਜਿਨ੍ਹਾਂ ਨੇ ਸਾਨੂੰ ਅੱਜ ਸੀਸ ਭੇਟ ਕੀਤੇ ਨੇ ਉਹ ਸਾਡੇ 5 ਪਿਆਰੇ ਖਵਾਉਣਗੇ ਗੁਰੂ ਕੇ ਨੇੜੇ, ਔਰ ਜਿਨ੍ਹਾਂ ਦਾ ਨਾਮ ਇਸੇ ਤਰ੍ਹਾਂ ਦਿਆ ਰਾਮ ਹੈ, ਉਹਨਾਂ ਦਾ ਨਾਮ ਭਾਈ ਦਿਆ ਸਿੰਘ ਜੀ ਹੋਇਆ। ਇਸੇ ਤਰ੍ਹਾਂ ਜਿਨ੍ਹਾਂ ਦਾ ਨਾਮ ਭਾਈ ਧਰਮਦਾਸ ਜੀ ਹੈ, ਪਿਆਰੇ ਧਰਮ ਸਿੰਘ ਜੀ ਬਣੇ। ਜਿਨ੍ਹਾਂ ਦਾ ਨਾਮ ਭਾਈ ਹਿੰਮਤ ਰਾਏ ਜੀ ਹੈ, ਭਾਈ ਹਿੰਮਤ ਸਿੰਘ ਜੀ ਬਣੇ। ਇਸੇ ਤਰ੍ਹਾਂ ਬਾਕੀ ਜਿਹੜੇ ਭਾਈ ਮੋਹਕਮ ਚੰਦ ਸੀ, ਭਾਈ ਮੋਹਕਮ ਸਿੰਘ ਜੀ ਪਿਆਰੇ ਬਣੇ। ਇਸੇ ਤਰ੍ਹਾਂ ਨਾਲ ਭਾਈ ਸਾਹਿਬ ਸਿੰਘ ਜੀ ਜਿਹੜੇ ਸੀ 5 ਪਿਆਰੇ ਮਹਾਰਾਜ ਨੇ ਥਾਪੇ। ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, 5 ਵਾਰ ਅੰਮ੍ਰਿਤ ਦੀ ਬਾਣੀ ਦੇ ਜਿਹੜੇ ਛਿੱਟੇ ਸੀ ਉਹਨਾਂ ਨੇ ਮੁੱਖ ਦੇ ਵਿੱਚ ਪਾ ਕੇ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਵਾਰ ਉਹ ਜਿਹੜੇ ਛਿੱਟੇ ਸੀ ਉਹਨਾਂ ਦੇ ਮੁੱਖ 'ਚ ਪਾਏ। 5 ਵਾਰ ਗੁਰਦੇਵ ਜੀ ਨੇ ਕੇਸਾਂ ਦੇ ਵਿੱਚ। ਇਸੇ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਜੀ ਨੇ 5 ਵਾਰ ਉਹਨਾਂ ਨੂੰ ਮੁੱਖ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਚਾਰਨ ਵਾਸਤੇ ਕਿਹਾ। ਮਹਾਰਾਜ ਨੇ ਕਿਹਾ ਵੀ ਇਹ ਸਾਡੇ ਸਿੱਖ ਨੇ, ਸਾਡਾ ਖਾਲਸਾ, ਸਾਡਾ ਖਾਸ ਰੂਪ ਹੈ। ਗੁਰਦੇਵ ਜੀ ਨੇ ਇਸ ਦੇ ਅੰਤਰਗਤ ਹੀ ਉਹਨਾਂ ਨੂੰ ਇਹ ਮਾਣ ਦਿੱਤਾ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਉਹਨਾਂ ਆਪਣੇ ਹੁੰਦੇ ਸੁੰਦੇ ਇਹ ਵਰ ਜਿਹੜਾ ਸੀ ਸੰਗਤ ਦੇ ਵਿੱਚ ਉਹਨਾਂ ਨੂੰ ਦਿੱਤਾ। ਇੱਕ ਦੂਸਰਾ ਜਿਹੜਾ ਸੀ, ਆਪਾਂ ਆਮ ਤੌਰ ਦੇ ਉੱਤੇ ਜਿਹੜੇ ਕਿ ਵੱਖ-ਵੱਖ ਵਰਨ ਵੰਡਾਂ ਬਣ ਦੇ ਵਿੱਚ ਕਈ ਤਰ੍ਹਾਂ ਦੀਆਂ ਲਾਬੀਆਂ ਖੜੀਆਂ ਕੀਤੀਆਂ ਹੋਈਆਂ ਸੀ, ਮਹਾਰਾਜ ਨੇ ਸਾਰਿਆਂ ਨੂੰ ਜਿਹੜੀ ਕੁਦਰਤੀ ਦਾਤ ਹੈ ਕੇਸ, ਉਹਨਾਂ ਨੂੰ ਸੰਭਾਲਣ ਵਾਸਤੇ ਸਭ ਨੂੰ ਕਿਹਾ ਵੀ ਇਹ ਰੱਬੀ ਦਾਤ ਹੈ, ਇਹਨੂੰ ਸੰਭਾਲੋ। 5 ਕਕਾਰ ਦਿੱਤੇ ਤਾਂ ਮਹਾਰਾਜ ਨੇ ਉਸੇ ਜਗ੍ਹਾ ਦਾ ਨਾਂ ਇਸ ਕਰਕੇ ਕੇਸਗੜ੍ਹ ਸਾਹਿਬ ਰੱਖਿਆ। ਉੱਥੋਂ ਇਹ ਪ੍ਰੇਰਣਾ ਜਿਹੜੀ ਸੀ ਪ੍ਰਤੱਖ ਰੂਪ ਦੇ ਵਿੱਚ ਆਈ। ਤਾਂ ਮਹਾਰਾਜ ਨੇ 5 ਕਕਾਰ ਜਿਹੜੀ ਸੀ ਸਿੱਖੀ ਨੂੰ ਬਾਣਾ ਤੇ ਬਾਣੀ, ਕੇਸ, ਕੰਗਾ, ਕੜਾ, ਕਿਰਪਾਨ ਤੇ ਕਛਹਿਰਾ, ਜਿਹੜਾ ਇਹ 5 ਜਿਹੜੇ ਮਹਾਰਾਜ ਨੇ ਕੱਕੇ ਕਕਾਰ ਜਿਹੜੇ ਆ ਸਿੱਖ ਨੂੰ ਦਿੱਤੇ ਨੇ। ਤੁਸੀਂ ਵੱਖ-ਵੱਖ ਕੌਮਾਂ, ਵੱਖ-ਵੱਖ ਸਾਰੇ ਧਰਮ ਹੈ, ਸਾਰੋ ਆਪ ਆਪਣੇ ਥਾਂ ਚੰਗੇ ਆ, ਪਰ ਇੰਨੀ ਗਹਿਰੀ ਤੇ ਕਠਨ ਪਰਖ ਦੇ ਵਿੱਚੋਂ ਜੋ ਅਜੇ 1699 ਦੇ ਵਿੱਚ ਸਾਜਨਾ ਦੇ ਵਿੱਚ ਆਇਆ, ਅੱਜ ਸਿੱਖ ਨੂੰ ਮਹਾਰਾਜ ਨੇ ਜਿਹੜਾ ਵੀ ਕੋਈ ਪੁਰਾਣੀ ਖੰਡੇ ਬਾਟੇ ਦੀ ਪੌਲ ਛਕਦਾ ਉਹਨੂੰ ਸਿੰਘ ਨਾਉ, ਜੇ ਕੋਈ ਭੈਣ ਸਾਡੇ ਮਾਤਾ ਜੋ ਕੋਈ ਛਕਦੇ ਉਹਨੂੰ ਕੌਰ ਨਾਂ ਦੇ ਨਾਲ ਗੁਰੂ ਜੀ ਨੇ ਨਵਾਜਿਆ। ਵਰਨ ਵੰਡ ਨੂੰ ਕੋਈ ਵੀ ਗੁਰੂ ਕੀ ਸੰਗਤ ਦੇ ਵਿੱਚ ਆਏ, ਪੰਗਤ ਦੇ ਵਿੱਚ ਆਏ, ਮਹਾਰਾਜ ਨੇ ਜਾਤ ਪਾਤ ਦਾ ਭੇਤ ਮਿਟਾ ਕੇ ਉਸ ਨੂੰ ਖਾਲਸਾ ਸਾਜਿਆ ਹੈ।
ਇਹ ਗੱਲ ਵੱਖਰੀ ਆ ਕਿ ਜਦੋਂ 22 ਧਾਰ ਦੇ ਰਾਜਿਆਂ ਨੂੰ ਪਤਾ ਲੱਗਾ ਸੀ, ਉਹਨਾਂ ਗੁਰੂ ਮਹਾਰਾਜ ਦੇ ਪਾਸ ਆ ਕੇ ਕਈ ਤਰ੍ਹਾਂ ਦੇ ਸੰਦੇਹ ਪ੍ਰਗਟ ਕੀਤੇ ਸੀ। ਗੁਰੂ ਮਹਾਰਾਜ ਨੇ ਕਿਹਾ ਵੀ ਜੇ ਤੁਸੀਂ ਆਪਣੇ ਜੀਵਨ ਨੂੰ ਸਦਾ ਵਾਸਤੇ ਸੁਰੱਖਿਅਤ ਕਰਨਾ ਚਾਹੁੰਦੇ, ਤੁਸੀਂ ਵੀ ਖਾਲਸੇ ਸੱਜ ਜਾਓ। ਆਉਣ ਵਾਲੇ ਸਮੇਂ ਦੇ ਵਿੱਚ ਖਾਲਸੇ ਦਾ ਸਭ ਥਾਂ ਤੇ ਬੋਲਬਾਲਾ ਹੋਵੇਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਾਡਾ ਇਸ ਜਿਹੜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਟੇਜ ਆ, ਇਹਦੇ ਤੋਂ ਉਹਨਾਂ ਦਾ ਜਿਹੜਾ ਕੱਲ੍ਹ ਇਹ ਦਿਹਾੜਾ ਮਨਾਇਆ ਜਾ ਰਿਹਾ, ਉਹਦੇ ਸਰੋਤ ਹਿੱਤ ਆ। ਭਾਈ ਜਿਹੜੇ ਵੀ ਗੁਰੂ ਪਿਆਰੇ ਸਤਸੰਗੀ ਜੋ ਗੁਰੂ ਕੇ ਅੰਮ੍ਰਿਤ ਦੀ ਦਾਤ ਨਹੀਂ ਲਈ, ਜਾਂ ਕਈ ਵਾਰ ਕਈ ਤਰ੍ਹਾਂ ਅਜੇ ਤੱਕ ਉਹਦੇ ਤੋਂ ਵਾਂਝੇ ਨੇ, ਉਹ ਗੁਰੂ ਵਾਲੇ ਬਣੋ, ਗੁਰੂ ਕੀ ਬਾਣੀ ਦੇ ਨਿਤਨੇਮੀ ਬਣੋ। ਸਤਿਗੁਰੂ ਜੀ ਦੇ ਦੁਆਰਾ ਜਿਹੜੇ 5 ਬਖਸ਼ੇ ਹੋਏ ਕਕਾਰ ਆ, ਉਹਨਾਂ ਨੂੰ ਅੰਗੀਕਾਰ ਕਰੋ। ਸਾਰੀਆਂ ਸੰਗਤਾਂ ਨੂੰ ਖਾਲਸਾ ਪੰਥ ਦੇ ਜਿਹੜੇ ਸਾਜਨਾ ਦਿਵਸ ਆ, ਉਹਦੀਆਂ ਇਸ ਸਟੇਜ ਤੋਂ ਲੱਖ ਲੱਖ ਵਧਾਈਆਂ ਹੋਣ। ਗੁਰੂ ਵਾਲੇ ਬਣੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਆਪਣਾ ਰੂਪ ਕਹਿ ਕੇ ਨਵਾਜਿਆ, ਉਹਨਾਂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੋ। ਗ੍ਰੰਥੀ ਸਾਹਿਬਾਨ ਪਾਸੋਂ ਤੁਸੀਂ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਚਾਹੁੰਦੇ ਹਾਂ। ਸਾਰੀਆਂ ਸੰਗਤਾਂ ਦਾ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਜੀ। ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ। ਲਾਭ ਨਹੀਂ ਪਰ ਪੂੰਜੀ ਰਾਖੀ, ਪੁਨਾਤਮ ਜੇ ਤਪ ਅਬ ਲਾਖੀ। ਜਿਨ ਲੀਏ ਲਾਭ ਸੋ ਸੁਨਹੁ ਕਹਾਣੀ, ਸਿਮਰਿ ਨਾਮ ਕਰਮ ਮਨ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।